ਵਾਹਿਗੁਰੂ। ਗੁਰੂ ਨਾਨਕ ਪਾਦ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਕਰ ਜੋਰੀ ਨਾਮ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਅਬ ਸਾਖੀ ਸੁਖਾ ਸਿੰਘ ਕੀ ਸੁਨੀਏ। ਅਬ ਸਾਖੀ ਸੁਖਾ ਸਿੰਘ ਕੀ ਸੁਨੀਏ ਮਨ ਚਿਤ ਲਾਏ। ਕੰਬੋ ਕੀ ਮਾੜੀ ਪਇਓ ਜਾਤ ਤਰਖਾਣ ਕਹਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਬਹੁਤ ਹੀ ਸਨਮਾਨ ਤੇ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਪੰਥ ਦਾ ਇਤਿਹਾਸ, ਸੂਰਬੀਰਾਂ ਬਹਾਦਰਾਂ ਯੋਧਿਆਂ ਦਾ ਇਤਿਹਾਸ ਆਪ ਜੀ ਸਰਵਣ ਕਰ ਰਹੇ। ਜਦੋਂ ਪੰਜਾਬ 'ਚ ਗੱਲਾਂ ਹੋਣ ਲੱਗੀਆਂ ਕਿ ਸਿੰਘ ਮੁੱਕ ਗਏ ਨੇ ਤਾਂ ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਜੀ ਨੇ ਪਰਮ ਪੁਰਸ਼ਾਰਥ ਕਰਕੇ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ।
ਨੂਰ ਦੀ ਸਰਾਂ ਦੇ ਕੋਲ ਪੜਾ ਕਰਕੇ ਚੁੰਗੀ ਲਾ ਦਿੱਤੀ। ਜ਼ਕਰੀਏ ਨੂੰ ਸੁਨੇਹਾ ਭੇਜਿਆ, ਚਿੱਠੀ ਭੇਜੀ, ਫੌਜਾਂ ਆਈਆਂ। ਦੋਵੇਂ ਯੋਧੇ ਬੜੀ ਬਹਾਦਰੀ ਤੇ ਦਲੇਰੀ ਨਾਲ ਲੜੇ। ਅਨੇਕਾਂ ਵੈਰੀਆਂ ਨੂੰ ਜ਼ਖਮੀ ਕਰਕੇ, ਕੁਝਾਂ ਨੂੰ ਸ਼ਹੀਦ ਕਰਨ ਤੋਂ ਬਾਅਦ, ਮਾਰਨ ਤੋਂ ਬਾਅਦ ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ। ਇਹਨਾਂ ਦੋਨਾਂ ਯੋਧਿਆਂ ਦੀ ਯਾਦਗਾਰ ਅੱਜ ਵੀ ਨੂਰ ਦੀ ਸਰਾਂ ਦੇ ਪਾਸ ਸੜਕ ਦੇ ਉੱਤੇ ਕਿਨਾਰੇ ਤੇ ਇਤਿਹਾਸਕ ਸਥਾਨ ਹੈ। ਨਾਲ ਇੱਕ ਸਕੂਲ ਵੀ ਚੱਲਦਾ ਹੈ। ਸੰਗਤਾਂ ਜਦੋਂ ਜੰਡਿਆਲੇ ਤੋਂ ਤਰਨਤਾਰਨ ਸਾਹਿਬ ਨੂੰ ਜਾਂਦੀਆਂ ਨੇ ਤਾਂ ਰਸਤੇ ਵਿੱਚ ਖੱਬੇ ਹੱਥੇ ਪਾਵਨ ਇਤਿਹਾਸਕ ਸਥਾਨ ਹੈ। ਗੁਰਦੁਆਰਾ ਰਾਮਸਰ ਸਾਹਿਬ ਦੇ ਨਾਲ ਵੀ ਭਾਈ ਗਰਜਾ ਸਿੰਘ ਤੇ ਬੋਤਾ ਸਿੰਘ ਜੀ ਦੀ ਯਾਦਗਾਰ ਕਾਇਮ ਹੈ। ਤੋ ਐਸੇ ਮਹਾਨ ਯੋਧੇ ਨੇ, ਮਹਾਨ ਸਿਰਲਥ ਜਰਨੈਲ ਨੇ, ਜਿਨ੍ਹਾਂ ਨੇ ਆਪਣੇ ਹੋਣ ਦਾ ਪ੍ਰਗਟਾਵਾ ਕੀਤਾ ਕਿ ਅਸੀਂ ਮੁੱਕੇ ਨਹੀਂ ਹਾਂ, ਅਸੀਂ ਹਾਂ। ਉਹਨਾਂ ਸ਼ਹੀਦਾਂ ਦੀ ਗਾਥਾ, ਇਤਿਹਾਸਕ ਪ੍ਰਸੰਗ ਕੱਲ ਦੀ ਕਥਾ ਵਿੱਚ ਆਪਾਂ ਸਾਰਿਆਂ ਨੇ ਸਰਵਣ ਕੀਤਾ। ਅੱਜ ਸਾਖੀ ਚੱਲਣ ਲੱਗੀ ਹੈ ਭਾਈ ਸੁੱਖਾ ਸਿੰਘ ਦੀ। ਭਾਈ ਸੁੱਖਾ ਸਿੰਘ ਤੇ ਮਤਾਬ ਸਿੰਘ ਪਿੱਛੇ ਸੁਣ ਆਇਓ ਕਿਵੇਂ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਭਾਈ ਸੁੱਖਾ ਸਿੰਘ ਹੋਣਾ ਦਾ ਪਿਛੋਕੜ ਕੀ ਸੀ, ਕਿੱਥੋਂ ਦੇ ਰਹਿਣ ਵਾਲੇ ਸੀ, ਕਿਵੇਂ ਕਿਵੇਂ ਸਿੰਘ ਸਜੇ, ਉਹ ਜ਼ਿਕਰ ਭਾਈ ਰਤਨ ਸਿੰਘ ਜੀ ਲਿਖ ਕਰ ਰਹੇ ਨੇ। ਕਿਉਂਕਿ ਸੁੱਖਾ ਸਿੰਘ ਜੀ ਭਾਈ ਰਤਨ ਸਿੰਘ ਜੀ ਦੇ ਨਾਨਾ ਜੀ ਜਥੇਦਾਰ ਸ਼ਾਮ ਸਿੰਘ ਜੀ ਨਾਰਲੇ ਵਾਲੇ, ਜੋ ਬੁੱਢੇ ਦਲ ਦੇ ਜਥੇਦਾਰਾਂ ਚੋਂ ਇੱਕ ਸਨ, ਉਹਨਾਂ ਦੇ ਕੋਲ ਸੁੱਖਾ ਸਿੰਘ ਜੀ ਭਰਤੀ ਰਹੇ ਨੇ ਤੇ ਆਪਣੇ ਨਾਨਾ ਜੀ ਦੇ ਕੋਲੋਂ ਬਹੁਤ ਸਾਰਾ ਇਤਿਹਾਸ ਭਾਈ ਰਤਨ ਸਿੰਘ ਜੀ ਹੋਣਾ ਤੱਕ ਪਹੁੰਚਿਆ। ਤੋ ਸਾਖੀ ਸੁੱਖਾ ਸਿੰਘ ਦੀ ਆਰੰਭ ਹੋ ਰਹੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਮਹਾਨ ਸ਼ਹੀਦਾਂ ਦਾ ਧਿਆਨ, ਉਹਨਾਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਉਂਦਿਆਂ, ਹਾਜ਼ਰੀਆਂ ਲਵਾਉਂਦਿਆਂ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਬ ਸਾਖੀ ਸੁੱਖਾ ਸਿੰਘ ਕੀ, ਸੁਨੀਏ ਮਨ ਚਿਤ ਲਾਈ। ਹੁਣ ਸੁਣੋ ਸਾਖੀ ਭਾਈ ਸੁੱਖਾ ਸਿੰਘ ਜੀ ਦੀ। ਐ ਸਰੋਤਾ ਜਨੋ, ਮਨ ਲਾ ਕੇ ਸੁਣਿਓ ਤੇ ਚਿੱਤ ਇਕਾਗਰ ਕਰਕੇ ਸੁਣਿਓ। ਮਨ ਲਾ ਕੇ ਔਰ ਚਿੱਤ ਲਾ ਕੇ ਸੁਣਿਓ। ਇਹ ਨਹੀਂ ਵੀ ਮਨ ਕਿਤੇ ਹੋਵੇ ਤੇ ਚਿੱਤ ਕਿਤੇ ਹੋਵੇ। ਇਸ ਕਰਕੇ ਕਹਿੰਦੇ ਹੈ ਸਰੋਤਾ ਜਨੋ, ਮਨ ਤੇ ਚਿੱਤ ਇਕਾਗਰ ਕਰਕੇ ਸਾਖੀ ਸੁੱਖਾ ਸਿੰਘ ਦੀ ਸਰਵਣ ਕਰੋ। ਕੰਬੋ ਕੀ ਮਾੜੀ ਪਇਓ, ਜਾਤ ਤਰਖਾਣ ਕਹਾਈ। ਭਾਈ ਸੁੱਖਾ ਸਿੰਘ ਜੀ ਦਾ ਜਨਮ ਪਿੰਡ ਸੀ ਮਾੜੀ ਕੰਬੋ ਕੀ। ਜਾਤੀ ਕਰਕੇ ਤਰਖਾਣ ਸਨ। ਤਰਖਾਣਾਂ ਦੇ ਟੱਬਰਾਂ 'ਚ ਲੱਕੜ ਦੇ ਕੰਮ ਕਰਨ ਵਾਲੇ ਪਰਿਵਾਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਸਰਦਾਰ ਜੱਸਾ ਸਿੰਘ ਜੀ ਰਾਮਗੜੀਏ ਤੋਂ ਬਾਅਦ ਜਿੰਨੇ ਤਰਖਾਣ ਵੀਰ ਨੇ ਉਹ ਆਪਣੇ ਆਪ ਨੂੰ ਰਾਮਗੜੀਆ ਕਹਾਉਣਾ ਪਸੰਦ ਕਰਦੇ ਹਨ, ਕਿਉਂਕਿ ਜਰਨੈਲ ਸੀ ਜੱਸਾ ਸਿੰਘ ਰਾਮਗੜੀਆ। ਤੋ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਤਰਖਾਣ ਪਰਿਵਾਰ ਦੇ ਵਿੱਚ ਜੋ ਲੱਕੜੀ ਦਾ ਕੰਮ ਕਰਦੇ ਸੀ, ਉਹਨਾਂ ਦੇ ਪਰਿਵਾਰ ਵਿੱਚ ਮਾੜੀ ਕੰਬੋਕੀ ਵਿਖੇ ਇਹਨਾਂ ਦਾ ਜਨਮ ਹੋਇਆ। ਚੌਪਈ
ਬਰਸ 12 ਕੋ ਜਬ ਵੈ ਪਇਓ। ਜਦੋਂ ਭਾਈ ਸੁੱਖਾ ਸਿੰਘ ਜੀ ਦੀ ਸਰੀਰ ਦੀ ਆਯੂ ਉਮਰ ਉਹਨਾਂ ਦੀ 12 ਕੁ ਸਾਲ ਦੀ ਹੋਈ, ਮਾਤਾ ਪਿਤਾ ਵਿਵਾਸੋ ਦਇਓ। ਮਾਤਾ ਪਿਤਾ ਨੇ ਉਹਨਾਂ ਸਮਿਆਂ ਵਿੱਚ ਛੋਟੀਆਂ ਉਮਰਾਂ 'ਚ ਬੱਚਿਆਂ ਦੀਆਂ ਸ਼ਾਦੀਆਂ ਹੋ ਜਾਂਦੀਆਂ ਸੀ, ਫਿਰ ਮੁਕਲਾਵੇ ਬਾਅਦ 'ਚ ਆਉਂਦੇ ਰਹਿੰਦੇ ਸਨ। ਤੋਂ 12 ਸਾਲ ਦੀ ਉਮਰ ਦੇ ਵਿੱਚ ਭਾਈ ਸੁੱਖਾ ਸਿੰਘ ਦੀ ਸ਼ਾਦੀ ਇਹਨਾਂ ਦੇ ਮਾਤਾ ਪਿਤਾ ਨੇ ਕਰ ਦਿੱਤੀ। ਚਾਉ ਉਪਜ ਚਿਤ ਮੈਂ ਆਏ। ਹੁਣ ਉਦੋਂ ਸੁੱਖਾ ਸਿੰਘ ਦੇ ਮਨ 'ਚ ਚਾਅ ਉਪਜ ਆਇਆ। ਮਨ ਵਿੱਚ ਕੀ ਚਾਅ ਉਪਜਿਆ ਦੱਸਦੇ ਹਨ। ਲਈ ਪਾਹੁਲ ਅੰਮ੍ਰਿਤਸਰ ਜਾਏ। ਅੰਮ੍ਰਿਤਸਰ ਸਾਹਿਬ, ਕਿਉਂਕਿ ਮਾੜੀ ਕੰਬੋ ਕੀ ਤੂੰ ਕੋਈ ਬਹੁਤੀ ਵਾਟ ਨਹੀਂ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ। ਦਰਬਾਰ ਸਾਹਿਬ ਕਿਤੇ ਯਾਤਰਾ ਤੇ ਗਏ ਦਰਸ਼ਨ ਕਰਨ ਵਾਸਤੇ, ਤੇ ਉੱਥੇ ਜਾ ਕੇ ਖੰਡੇ ਦੀ ਪੌਲ ਭਾਈ ਸੁੱਖਾ ਸਿੰਘ ਜੀ ਨੇ ਛਕ ਲਏ। ਖੰਡੇ ਦੀ ਪੌਲ ਛਕ ਕੇ ਤਿਆਰ ਬਰ ਤਿਆਰ ਹੋ ਗਏ, ਸਿੰਘ ਸਜ ਗਏ। ਜੈ ਸਿੱਖ ਸੰਗਤ ਇਕੱਠੀ ਹੋਏ। ਜਿੱਥੇ ਵੀ ਸਿੱਖ ਸੰਗਤਾਂ ਇਕੱਤਰ ਹੁੰਦੀਆਂ ਸਨ, ਜਿੱਥੇ ਵੀ ਸੰਗਤ ਦਾ ਇਕੱਠ ਹੁੰਦਾ ਸੀ, ਜਿਮ ਤਿਮ ਕਰਕੇ ਪਹੁੰਚੇ ਸੋਏ। ਭਾਈ ਸੁੱਖਾ ਸਿੰਘ ਜੀ ਜਿਵੇਂ ਕਿਵੇਂ ਕਰਕੇ ਉੱਥੇ ਪਹੁੰਚ ਜਾਂਦੇ ਸੀ। ਨਿਆਣੇ ਸਨ, ਬਾਲ ਉਮਰ ਸੀ, 12-13 ਸਾਲ ਦੀ ਉਮਰ 'ਚ ਹੀ ਅੰਮ੍ਰਿਤ ਛਕ ਲਿਆ। ਤੇ ਜਿੱਥੇ ਕਿਤੇ ਸੰਗਤ ਦਾ ਇਕੱਠ ਹੋਣਾ, ਉੱਥੇ ਸੰਗਤ ਦੇ ਵਿੱਚ ਭਾਈ ਸੁੱਖਾ ਸਿੰਘ ਜੀ ਨੇ ਜਿਵੇਂ ਕਿਵੇਂ ਕਰਕੇ ਪਹੁੰਚਣਾ। ਜੇ ਕੋ ਸਿੰਘ ਉਸਕੇ ਘਰ ਆਵੇ। ਤੇ ਜੇ ਕੋਈ ਸਿੰਘ ਗੁਰੂ ਕਾ ਲਾਲ ਭਾਈ ਸੁੱਖਾ ਸਿੰਘ ਜੀ ਦੇ ਘਰ ਵਿੱਚ ਆਉਂਦਾ, ਸੋ ਉਸ ਕੀ ਵੈ ਟਹਿਲ ਕਮਾਵੇ। ਭਾਈ ਸੁੱਖਾ ਸਿੰਘ ਜੀ ਉਹ ਸਿੰਘ ਦੀ ਟਹਿਲ ਕਰਦੇ ਵੀ ਗੁਰੂ ਕਾ ਸਿੰਘ ਹੈ, ਸਾਡੇ ਘਰ ਆਇਆ ਹੈ। ਬੜੇ ਚਾਅ ਨਾਲ ਭਾਈ ਸੁੱਖਾ ਸਿੰਘ ਜੀ ਉਹ ਸਿੰਘ ਦੀ ਸੇਵਾ ਕਰਦੇ। ਕੋਈ ਵੀ ਆ ਜਾਵੇ, ਸੋ ਸ਼ੋਹਰਤ ਚੁਗਲਨ ਪੈ ਗਈ। ਹੁਣ ਇਹ ਗੱਲ ਚੁਗਲਖੋਰਾਂ ਕੋਲ ਪਹੁੰਚੀ ਕਿ ਸੁੱਖਾ ਸਿੰਘ ਜਿਹੜਾ ਮਾੜੀ ਕੰਬੋਕੀ ਦਾ ਰਹਿਣ ਵਾਲਾ ਹੈ, ਉਹ ਸਿੰਘਾਂ ਦੇ ਨਾਲ ਮੇਲ ਵਰਤਨ ਰੱਖਦਾ। ਇਹ ਚੁਗਲਖੋਰਾਂ ਦੇ ਕੋਲ ਜਦੋਂ ਪਹੁੰਚੀ, ਫੌਜ ਚੜਾਏ ਚੁਗਲਨ ਸੰਗ ਲਾਈ। ਚੁਗਲਾਂ ਨੇ ਕੀ ਕੀਤਾ, ਜਿਹੜੇ ਪਿੰਡਾਂ 'ਚ ਫਿਰਦੇ ਸੀ ਮੁਖਬਰ, ਉਹਨਾਂ ਨੇ ਕੁਝ ਫੌਜ ਲੈ ਕੇ ਆਂਦੀ ਤੇ ਮਾੜੀ ਕੰਬੋਕੀ ਪਿੰਡ ਦੇ ਉੱਤੇ ਫੌਜ ਚੜਾ ਕੇ ਲੈ ਆਂਦੀ ਸੁੱਖਾ ਸਿੰਘ ਦੇ ਉੱਤੇ, ਕਿ ਸੁੱਖਾ ਸਿੰਘ ਇਸ ਪਿੰਡ 'ਚ ਰਹਿੰਦਾ ਹੈ। 14 ਕੁ ਸਾਲ ਦੇ ਨੇੜੇ ਤੇੜੇ ਉਮਰ ਹੋਵੇਗੀ ਉਹਦੀ। ਸਿੰਘਾਂ ਦੇ ਨਾਲ ਉਹਦਾ ਮੇਲ ਵਰਤਣ ਹੈ ਤੇ ਸਿੰਘ ਉਹਦੇ ਕੋਲ ਆਉਂਦੇ ਜਾਂਦੇ ਵੀ ਰਹਿੰਦੇ ਆ। ਤੋਂ ਬਹੁਤ ਸਾਰੀ ਫੌਜ ਜਿਹੜੇ ਚੁਗਲਖੋਰ ਸਨ, ਉਹ ਭਾਈ ਸੁੱਖਾ ਸਿੰਘ ਹੋਣਾ ਤੇ ਚੜਾ ਕੇ ਲੈ ਆਏ। ਉਸ ਦਿਨ ਹੁਤੋ ਨਵੇਂ ਘਰ ਸਿੱਖ। ਘਰ ਆ ਕੇ ਪਤਾ ਕੀਤਾ ਕਿ ਸੁੱਖਾ ਸਿੰਘ ਕਿੱਥੇ, ਹਾਜ਼ਰ ਕਰੋ। ਜਦੋਂ ਵੇਖਿਆ ਪਰਮੇਸ਼ਰ ਵੱਲੋਂ ਹੀ ਉਸ ਦਿਨ ਸੁੱਖਾ ਸਿੰਘ ਜੀ ਘਰ ਨਹੀਂ ਸੀ, ਕਿਤੇ ਬਾਹਰ ਗਏ ਹੋਏ ਸੀ, ਨਹੀਂ ਤਾਂ ਉਸੇ ਦਿਨ ਹੀ ਕਾਬੂ ਆ ਜਾਂਦੇ। ਪਰ ਪਰਮੇਸ਼ਰ ਵੱਲੋਂ ਹੀ ਦੇਵਨੇਤ ਐਸੀ ਕਿ ਸੁੱਖਾ ਸਿੰਘ ਜੀ ਉਸ ਦਿਨ ਘਰ ਨਹੀਂ ਸਨ, ਕਿਤੇ ਬਾਹਰ ਗਏ ਹੋਏ ਸੀ। ਇਮ ਕਰ ਉਨ ਕੋ ਪਰਿਓ ਨ ਦਿਖ। ਉਹ ਤੁਰਕਾਂ ਦੀ ਜਿਹੜੀ ਫੌਜ ਆਈ, ਉਹਨਾਂ ਨੇ ਆਪਣੇ ਵੱਲੋਂ ਵੇਖ ਭਾਲ ਕੀਤੀ, ਪਿੰਡ 'ਚ ਵੀ ਪੁੱਛਗਿੱਛ ਕੀਤੀ, ਪਰ ਸੁੱਖਾ ਸਿੰਘ ਉਹਨਾਂ ਦੇ ਹੱਥ ਨਹੀਂ ਆਇਆ। ਫੌਜ ਮੁੜੀ ਜਬ ਉਤਤੇ ਗਈ। ਤੇ ਫੌਜਾਂ ਜਿਹੜੀਆਂ ਸਨ ਉਹ ਵਾਪਸ ਪਰਤ ਗਈਆਂ, ਉਹ ਵਾਪਸ ਮੁੜ ਗਈਆਂ ਉੱਥੋਂ। ਵਹੀ ਖਬਰ ਉਸ ਪਿਤ ਮਾਤਾ ਪਈ। ਹੁਣ ਸੁੱਖਾ ਸਿੰਘ ਦੇ ਮਾਂ-ਬਾਪ ਦੇ ਕੋਲ ਇਹ ਖਬਰ ਪਹੁੰਚੀ ਵੀ ਤੁਰਕ ਆਏ ਨੇ, ਸਾਡੇ ਪੁੱਤਰ ਦੀ ਭਾਲ ਕਰਦੇ ਸਨ। ਉਹਨਾਂ ਵੇਲਿਆਂ 'ਚ ਪੱਤਾ ਸਿੰਘਾਂ ਦਾ ਵੈਰੀ ਸੀ, ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਸੀ। ਮਾਂ-ਬਾਪ ਸਿੱਖ ਨਹੀਂ ਸਨ। ਸੁੱਖਾ ਸਿੰਘ ਨੂੰ ਹੀ ਸਿੱਖੀ ਦੀ ਚਿਣਗ ਲੱਗੀ। ਉਹਨਾਂ ਵੇਖਿਆ ਕਿ ਸਾਡਾ ਪੁੱਤਰ ਹੈ, ਇਦਾਂ ਸਿੱਖਾਂ ਨਾਲ ਰਲ ਕੇ, ਸਿੰਘਾਂ ਨਾਲ ਰਲ ਕੇ ਤਾਂ ਇਹ ਵੀ ਸਿੰਘ ਬਣ ਜਾਏਗਾ ਤੇ ਸਾਡਾ ਪੁੱਤਰ ਜਾਂਦਾ ਰਹੇਗਾ, ਨਾਲੇ ਸਾਡੇ ਪਰਿਵਾਰ ਵਾਸਤੇ ਵੀ ਪਰੇਸ਼ਾਨੀ ਹੈ। ਜਦੋਂ ਇਹਦੇ ਮਾਂ-ਬਾਪ ਨੂੰ ਪਤਾ ਲੱਗਾ, ਇਸੀ ਖੌਫ ਤੇ ਸਿੰਘ ਘਰ ਨਾ ਆਵੇ। ਉਹ ਸੋਚਣ ਲੱਗ ਪਏ ਵੀ ਸੁੱਖਾ ਸਿੰਘ ਤਾਂ ਹੀ ਨਹੀਂ ਘਰ ਵੜਦਾ ਕਈ ਦਿਨ, ਕਿਉਂਕਿ ਉਹ ਅਕਸਰ ਘਰੋਂ ਬਾਹਰ ਰਹਿੰਦਾ ਸੁੱਖਾ ਸਿੰਘ। ਉਹਨੂੰ ਤੁਰਕਾਂ ਦਾ ਖੌਫ ਹੈ, ਤੁਰਕਾਂ ਦਾ ਡਰ ਹੈ, ਉਹ ਇਸੇ ਕਰਕੇ ਘਰ ਨਹੀਂ ਆਉਂਦਾ। ਮਾਤ ਪਿਤਾ ਉਸ ਵੱਡ ਲਏ ਹਾਵੇ। ਮਾਂ ਪਿਓ ਦੋਵੇਂ ਹੌਕੇ ਭਰਦੇ ਵੀ ਸਾਡਾ ਪੁੱਤਰ ਹੈ ਤੇ ਇਦਾਂ ਸਿੰਘਾਂ ਨਾਲ ਰਲ ਗਿਆ। ਉਦੋਂ ਪੁੱਛਿਆ ਜਾਂਦਾ ਸੀ ਵੀ ਜਿਹੜਾ ਸਿੰਘ ਰਲ ਗਿਆ, ਪੁੱਤਰ ਸਿੰਘ ਬਣ ਗਿਆ, ਉਹ ਸਮਝਦੇ ਸੀ ਵੀ ਅੱਜ ਮਰਿਆ ਤੇ ਕੱਲ ਮਰਿਆ, ਇਹਦਾ ਕੋਈ ਪਤਾ ਨਹੀਂ। ਵਿਸ਼ਵਾਸ ਹੀ ਨਹੀਂ ਸੀ, ਕਿਉਂਕਿ ਸਮਾਂ ਇਹੋ ਜਿਹਾ ਬਣਿਆ ਹੋਇਆ ਸੀ ਬੜਾ ਭਿਆਨਕ।
ਮਾਂ ਪਿਓ ਦੋਵੇਂ ਸੁੱਖਾ ਸਿੰਘ ਦੇ ਠੰਡੇ ਹੋਕੇ ਭਰਦੇ ਹਨ। दोहरा मात पिता उस इम कहे हम सिंगन स्यों क्या काम। ਸੁੱਖਾ ਸਿੰਘ ਜੀ ਘਰ ਆਏ, ਮਾਂ ਪਿਓ ਦੇ ਕਹਿਣ ਲੱਗੇ, ਉਹ ਸੁੱਖਾ ਸਿਆਂ ਸਾਡਾ ਸਿੰਘਾਂ ਨਾਲ ਕੀ ਕੰਮ, ਸਾਡਾ ਉਹਨਾਂ ਦੇ ਨਾਲ ਕੀ ਸੰਬੰਧ ਹੈ। हम है जात कमीननी पतशाही स्यों क्या काम। ਉਹਨਾਂ ਸਿੰਘਾਂ ਨੇ ਤਾਂ ਪਾਤਸ਼ਾਹੀ ਲੈਣੀ ਹੈ, ਅਸੀਂ ਨੀਵੀਂ ਜਾਤ ਦੇ ਤਰਖਾਣ ਆ, ਸਾਡਾ ਕੀ ਕੰਮ ਹੈ ਪਾਤਸ਼ਾਹੀ ਨਾਲ। ਸਿੰਘਾਂ ਨੇ ਲੈਣੀ ਹੋਣੀ ਹੈ ਪਾਤਸ਼ਾਹੀ, ਅਸੀਂ ਤਾਂ ਕਮੀਨ ਜਾਤ ਵਾਲੇ ਨੀਵੀਂ ਜਾਤ ਵਾਲੇ ਆ, ਤਰਖਾਣ ਆ, ਸਾਡਾ ਕੀ ਕੰਮ ਹੈ ਪਾਤਸ਼ਾਹੀ ਨਾਲ, ਅਸੀਂ ਕੀ ਕਰਨਾ ਸਿੰਘਾਂ ਨਾਲ ਰਲ ਕੇ। जो पई ਸਿੰਘ ਹੋਏ ਲੈਣ ਚਾਹੇ ਪਾਤਸ਼ਾਹੀ। ਕਿਉਂਕਿ ਸਿੰਘ ਤਾਂ ਉਹ ਬਣਦਾ ਜਿਹਨੇ ਪਾਤਸ਼ਾਹੀ ਲੈਣੀ ਹੈ, ਉਹ ਤਾਂ ਹੀ ਤਾਂ ਲੜ ਰਹੇ ਨੇ ਕਿ ਉਹ ਕਹਿੰਦੇ ਅਸੀਂ ਪਾਤਸ਼ਾਹੀ ਲੈਣੀ ਹੈ। ਸਿੰਘ ਤਾਂ ਉਹ ਬਣਦਾ ਜਿਹਨੇ ਪਾਤਸ਼ਾਹੀ ਲੈਣੀ ਹੈ, ਅਸੀਂ ਤਾਂ ਲੈਣੀ ਨਹੀਂ ਪਾਤਸ਼ਾਹੀ, ਸਾਡਾ ਕੀ ਕੰਮ ਹੈ ਪਾਤਸ਼ਾਹੀ ਨਾਲ, ਅਸੀਂ ਸਿੰਘ ਬਣ ਕੇ ਕੀ ਖੱਟਣਾ ਤੇ ਕੀ ਲੈਣਾ ਹੈ। ਹਮ ਕਮੀਨਨ ਕਰ ਸੋ ਕਦ ਆਈ। ਸਾਡੇ ਵਰਗੇ ਨੀਵੀਂ ਕਮਜਾਤ ਲੋਕਾਂ ਦੇ ਘਰਾਂ ਵੀ ਕਦੇ ਪਾਤਸ਼ਾਹੀਆਂ ਕਦੇ ਵੇਖਿਆ ਵੀ ਕਦੇ ਕੋਈ ਤਰਖਾਣ ਪਾਤਸ਼ਾਹ ਬਣਿਆ ਹੋਵੇ, ਕਦੇ ਵੇਖਿਆ ਐਸਾ ਹੋਇਆ। ਵਾਕਈ ਇਹ ਸੱਚ ਕਹਿ ਰਹੇ ਸੀ, ਨੀਵੀਂ ਜਾਤੀ ਵਾਲਾ ਤਾਂ ਕਦੇ ਕੋਈ ਰਾਜਾ ਬਾਦਸ਼ਾਹ ਬਣਿਆ ਹੀ ਨਹੀਂ ਸੀ। ਛਤਰੀ ਰਾਜੇ ਬਣਦੇ ਰਹੇ ਨੇ, ਬ੍ਰਾਹਮਣ ਰਾਜੇ ਬਣਦੇ ਰਹੇ ਨੇ। ਉਹ ਕਹਿਣ ਲੱਗੇ ਇਹਦੇ ਮਾਂ-ਬਾਪ ਭਾਈ ਸੁੱਖਾ ਸਿੰਘ ਹੋਣਾ ਨੂੰ ਵੀ ਸਾਡੇ ਕਮੀਨ ਜਾਤ ਵਾਲਿਆਂ ਨੇ ਕਦੇ ਕਿੱਥੇ ਪਾਤਸ਼ਾਹੀ ਕੀਤੀ ਹੈ ਜਿਹੜੀ ਹੁਣ ਤੂੰ ਕਰਨੀ ਹੈ। ਪਾਤਸ਼ਾਹੀ ਦਾਵੋ ਜੱਟ ਕਮਾਏ। ਜਿਹੜਾ ਪਾਤਸ਼ਾਹੀ ਦਾ ਦਾਵਾ ਆ ਜ਼ਿਮੀਂਦਾਰ ਲੋਕ ਨੇ ਪਿੰਡਾਂ ਦੇ, ਹੋਰ ਜਿਹੜੀਆਂ ਬਰਾਦਰੀਆਂ ਦੇ ਲੋਕ ਨੇ ਉਹ ਕਰਦੇ ਨੇ, ਉਹ ਦਾਵਾ ਕਰਦੇ ਨੇ ਪਾਤਸ਼ਾਹੀ ਦਾ। ਆਪੇ ਬੀਜੇ ਆਪੇ ਖਾਏ। ਉਹਨਾਂ ਕੋਲ ਜ਼ਮੀਨਾਂ ਜਾਇਦਾਦਾਂ ਨੇ, ਉਹ ਕਹਿੰਦੇ ਅਸੀਂ ਆਪੇ ਬੀਜੀਏ ਤੇ ਆਪੇ ਹੀ ਖਾਈਏ, ਆਪਣੇ ਕੋਲ ਤਾਂ ਜ਼ਮੀਨ ਦਾ ਇੱਕ ਛੋਟਾ ਜਿਹਾ ਕਿਆਰਾ ਵੀ ਕੋਈ ਨਹੀਂ। ਚਲੋ ਜਿਹੜੇ ਜ਼ਿਮੀਂਦਾਰ ਨੇ ਉਹ ਤਾਂ ਪਾਤਸ਼ਾਹੀ ਵਾਸਤੇ ਲੜ ਰਹੇ ਨੇ, ਉਹ ਕਹਿੰਦੇ ਅਸੀਂ ਆਪਣੀਆਂ ਜ਼ਮੀਨਾਂ 'ਚ ਖੁਦ ਮੁਖਤਿਆਰ ਹੋਈਏ, ਆਪੇ ਬੀਜੀਏ ਆਪੇ ਖਾਈਏ, ਸਾਨੂੰ ਕੋਈ ਟੈਕਸ ਨਾ ਦੇਣਾ ਪਵੇ। ਆਪਣੇ ਕੋਲ ਤਾਂ ਹੈ ਹੀ ਨਹੀਂ ਇੱਕ ਡਲਾ ਭਰ ਨਹੀਂ ਮਿੱਟੀ ਦਾ, ਆਪਾਂ ਕਿਹੜੀਆਂ ਜ਼ਮੀਨਾਂ ਬੀਜਣੀਆਂ ਨੇ ਤੇ ਕਿਹੜੀ ਪਾਤਸ਼ਾਹੀ ਲੈਣੀ ਹੈ। ਸੁੱਖਾ ਸਿਆਂ ਜਿਨ੍ਹਾਂ ਕੋਲ ਜ਼ਮੀਨਾਂ ਨੇ ਉਹ ਲੈਣ ਪਾਤਸ਼ਾਹੀਆਂ, ਆਪਾਂ ਤਾਂ ਲੱਕੜੀ ਕੱਟਣੀਆਂ, ਲੱਕੜ ਦੇ ਹੀ ਬਣਾਉਣਾ, ਰਾਜਸਾਜ ਜੋ ਬਣਾਉਣਾ ਤਿਆਰ ਕਰਨਾ। ਆਪਣਾ ਤਾਂ ਆ ਪਿਤਾ ਪੁਰਖੀ ਧੰਦਾ ਹੈ, ਉਹਦੇ ਵਿੱਚ ਹੀ ਲੱਗ ਜਾ। ਹਮ ਤੋ ਆਏ ਕਮੀਨੀ ਜਾਤ। ਨਾਲੇ ਸਾਡੀ ਕਮੀਨ ਜਾਤ ਕਹੀ ਜਾਂਦੀ ਹੈ, ਛੋਟੀ ਜਾਤ ਕਹੀ ਜਾਂਦੀ ਹੈ। ਹਮ ਮਿਲੇ ਮਜੂਰੀ ਆਛੀ ਬਾਤ। ਸਾਨੂੰ ਤਾਂ ਬਸ ਮਜ਼ਦੂਰੀ ਮਿਲ ਜਿਆ ਕਰੇ, 2 ਵਕਤ ਦੀ ਰੋਟੀ ਮਿਲ ਜੇ ਸਾਡੇ ਲਈ ਉਹੀ ਚੰਗੀ। ਅਸੀਂ ਕੀ ਲੈਣਾ ਪਾਤਸ਼ਾਹੀ ਤੋਂ, ਸਾਨੂੰ ਤਾਂ 2 ਵਕਤ ਦੀ ਰੋਟੀ ਮਿਲ ਜਾਏ, ਰੋਜ਼ ਮਜ਼ਦੂਰੀ ਮਿਲ ਜਿਆ ਕਰੇ, ਸਾਡੇ ਲਈ ਉਹੀ ਵੱਡੀ ਗੱਲ ਹੈ। ਇਹ ਚਿਤ ਧਰ ਸਿੰਘ ਰਾਤ ਕਰ ਲਿਆਏ। ਕਹਿੰਦੇ ਸੁੱਖਾ ਸਿੰਘ ਨੇ ਆਖਿਆ ਮਾਤਾ ਪਿਤਾ ਨੂੰ, ਕਲਗੀਆਂ ਵਾਲੇ ਪਾਤਸ਼ਾਹ ਨੇ ਸਾਡੇ ਵਰਗੇ ਨੀਵੀਆਂ ਜਾਤੀਆਂ ਵਾਲਿਆਂ ਵੱਲ ਹੀ ਵੇਖ ਕੇ ਕਿਹਾ ਸੀ, ਇਨ ਗਰੀਬ ਸਿੱਖਨ ਕੋ ਦਹਿਉ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ। ਪਿਤਾ ਜੀ ਸਾਨੂੰ ਤਾਂ ਪਾਤਸ਼ਾਹੀਆਂ ਦੇਣੀਆਂ ਸਤਿਗੁਰਾਂ ਨੇ। ਉਹਨਾਂ ਨੇ ਕਿਸੇ ਤਰੀਕੇ ਵਰਗਲਾ ਕੇ ਨਾ ਸੁੱਖਾ ਸਿੰਘ ਨੂੰ ਰਾਤ ਨੂੰ ਆਪਣੇ ਘਰ ਲੈ ਆਏ। ਉਸ ਸੋ ਚਾਹਤ ਦਗਾ ਕਮਾਈ। ਇਹਨਾਂ ਨੇ ਦਗਾ ਕਮਾਇਆ ਪੁੱਤਰ ਨਾਲ। ਮਾਂ-ਬਾਪ ਨੇ ਜਿਹੜੇ ਸੁੱਖਾ ਸਿੰਘ ਦੇ ਚਾਚੇ ਤਾਏ ਸਨ, ਉਹਨਾਂ ਸਾਰਿਆਂ ਨੇ ਰਲ ਕੇ ਸੁੱਖਾ ਸਿੰਘ ਨਾਲ ਬੜਾ ਵੱਡਾ ਦਗਾ ਤੇ ਕਪਟ ਕਮਾਇਆ। ਭੰਗ ਸ਼ਰਾਬ ਮਿਲਾਏ ਪਿਲਾਈ। ਇਹਨਾਂ ਨੇ ਕੀ ਕੀਤਾ, ਭੰਗ ਚੰਗੀ ਗਾੜੀ ਘੋਟ ਕੇ ਉਹਦੇ ਵਿੱਚ ਕੁਝ ਸ਼ਰਾਬ ਆਦਿ ਇਦਾਂ ਦੀਆਂ ਨਸ਼ੇ ਵਾਲੀਆਂ ਵਸਤੂਆਂ ਪਾ ਕੇ ਉਹ ਸੁੱਖਾ ਸਿੰਘ ਨੂੰ ਪਿਆ ਦਿੱਤੀ ਜ਼ਬਰਦਸਤੀ। ਆਖਿਆ ਵੀ ਇਹ ਇੱਕ ਪ੍ਰਕਾਰ ਦਾ ਸ਼ਰਬਤ ਹੈ, ਇਹ ਕਹਿ ਕੇ ਸੁੱਖਾ ਸਿੰਘ ਨੂੰ ਪਿਆ ਦਿੱਤਾ। ਉਸ ਕੋ ਗੂਦੋ ਲਿਓ ਕਰਾਈ। ਹੁਣ ਉਹ ਪੀਂਦਿਆਂ ਸਾਰ ਸੁੱਖਾ ਸਿੰਘ ਜੀ, ਗੂਦੋ ਦਾ ਮਤਲਬ ਹੁੰਦਾ ਬੇਹੋਸ਼ ਹੋ ਗਏ, ਬੇਸੁੱਧ ਹੋ ਗਏ। 13-14 ਸਾਲ ਦਾ ਬੱਚਾ ਸੀ, ਉਹ ਪੀਂਦਿਆਂ ਸਾਰ ਹੀ ਬੇਸੁੱਧ ਹੋ ਗਏ, ਬੇਹੋਸ਼ ਹੋ ਗਏ। ਸੁੱਧ ਬੁੱਧ ਸਭ ਉਸ ਭੁੱਲ ਗਈ। ਸਾਰੀ ਸੁੱਧ ਬੁੱਧ ਸਰੀਰ ਦੀ ਭੁੱਲ ਗਈ। ਬੇਹੋਸ਼ੀ ਦੀ ਹਾਲਤ ਵਿੱਚ ਬੇਹੋਸ਼ ਹੋਇਆ ਬੰਦਾ ਤੇ ਮਰਿਆ ਬੰਦਾ ਇੱਕ ਬਰਾਬਰ ਹੀ ਹੁੰਦਾ।
ਬੇਹੋਸ਼ੀ ਦੀ ਹਾਲਤ ਵਿੱਚ ਸੁੱਖਾ ਸਿੰਘ ਜੀ ਚਲੇ ਗਏ। ਸੀਸ ਮੁੰਡਾਇਓ ਸਦਕੇ ਨਾਈ। ਇਹਨਾਂ ਕੀ ਕੀਤਾ ਘਰਦਿਆਂ ਨੇ, ਮਾਂ-ਬਾਪ ਨੇ, ਵੀ ਪੁੱਤਰ ਉਦਾਂ ਤਾਂ ਮੰਨਦਾ ਨਹੀਂ ਹੈ ਸਾਡੀ ਗੱਲ। ਇਹਨਾਂ ਨੇ ਨਾਈ ਸੱਦ ਕੇ ਨਾ ਸੁੱਖਾ ਸਿੰਘ ਦੇ ਸਿਰ ਦੇ ਕੇਸ ਕਤਲ ਕਰਵਾ ਦਿੱਤੇ। ਬੇਹੋਸ਼ੀ ਦੀ ਹਾਲਤ ਵਿੱਚ, ਬੇਸੁੱਧ ਹਾਲਤ ਦੇ ਵਿੱਚ ਨਾਈ ਸੱਦਿਆ, ਨਾਈ ਸੱਦ ਕੇ ਕੇਸ ਕਤਲ ਕਰਾ ਦਿੱਤੇ। ਅੱਜ ਕੱਲ ਤਾਂ ਇਹੋ ਜਿਹੀ ਨੀਵੀਂ ਬਿਰਤੀ ਦੇ ਲੋਕ ਪੈਦਾ ਹੋ ਗਏ ਜਿਹੜੇ ਨੈਟ ਦੇ ਉੱਤੇ ਲਾਈਵ ਹੋ ਕੇ ਕੇਸ ਕੱਟ ਕੇ ਕਹਿੰਦੇ ਆ ਲੋ ਆਪਣੀ ਸਿੱਖੀ। ਅੰਮ੍ਰਿਤ ਦੀਆਂ ਛਿੱਟਾਂ ਤਾਂ ਅੱਖਾਂ ਵਿੱਚ ਵੀ ਪਾਈਆਂ ਸਨ, ਅੱਖਾਂ ਵੀ ਕੱਢ ਕੇ ਦੇ ਦੇਣੀਆਂ ਚਾਹੀਦੀਆਂ ਵੀ ਆਹ ਵੀ ਤੁਹਾਡੀ ਸਿੱਖੀ ਸਮੇਤ ਅੱਖਾਂ ਵੀ ਕੱਢੀਆਂ। 5 ਘੁੱਟਾਂ ਮੂੰਹ ਵਿੱਚ ਵੀ ਪਾਈਆਂ ਸੀ, ਜ਼ੁਬਾਨ ਵੀ ਵੱਢ ਕੇ ਕੱਢ ਕੇ ਸੁੱਟ ਦੇਣੀ ਚਾਹੀਦੀ, ਆਹ ਲੋ ਤੁਹਾਡੀ ਸਿੱਖੀ। ਇਹ ਵਰਤਾਰਾ ਅੱਜ ਦੇ ਸਮੇਂ ਦਾ, ਕਲਯੁਗ ਦਾ ਕਿੰਨਾ ਭਿਆਨਕ ਵਰਤ ਰਿਹਾ ਹੈ। ਸੁੱਖਾ ਸਿੰਘ ਪਰਿਵਾਰ 'ਚ ਕੋਈ ਸਿੱਖ ਨਹੀਂ ਸੀ। ਮਾਂ-ਬਾਪ ਨੇ ਨਸ਼ੀਲੀ ਵਸਤੂ ਪਿਆ ਕੇ ਬੇਹੋਸ਼ ਕੀਤਾ। ਬੇਹੋਸ਼ੀ ਦੀ ਹਾਲਤ ਵਿੱਚ ਸਿਰ ਦੇ ਕੇਸ ਜਿਹੜੇ ਸਨ ਉਹ ਵੀ ਨਾਈ ਨੂੰ ਸੱਦ ਕੇ ਕਤਲ ਕਰਵਾ ਦਿੱਤੇ। ਗਇਓ ਅਮਲੋ ਸੁਹੋਤੀ ਪ੍ਰਾਤ। ਹੁਣ ਰਾਤ ਸਾਰੀ ਬੱਚਾ ਸੀ ਬੇਹੋਸ਼ੀ 'ਚ ਪਿਆ ਰਿਹਾ। ਅਗਲਾ ਦਿਨ ਚੜਿਆ, ਸਵੇਰੇ ਉਹਦੀਆਂ ਅੱਖਾਂ ਖੁੱਲੀਆਂ, ਹੋਸ਼ ਵਿੱਚ ਆਇਆ। ਫੇਰਿਓ ਉਨ ਨਿਜ ਸਿਰ ਪਰ ਹਾਥ। ਜਦੋਂ ਭਾਈ ਸੁੱਖਾ ਸਿੰਘ ਨੇ ਆਪਣੇ ਸਿਰ ਤੇ ਹੱਥ ਫੇਰਿਆ ਕੇਸਾਂ ਦੇ ਵਿੱਚ, ਮਾਤ ਪਿਤਾ ਕੋ ਜਾਣਿਓ ਪਾਪ। ਸੋਚਿਆ ਵੀ ਇਹ ਪਾਪ ਮੇਰੇ ਮਾਂ ਤੇ ਪਿਓ ਨੇ ਕੀਤਾ, ਮਾਂ-ਬਾਪ ਨੇ ਵੱਡਾ ਪਾਪ ਕੀਤਾ। ਉਨ ਚਿਤ ਧਾਰਿਓ ਕਰਨੋ ਖਾਪ। ਮਨ 'ਚ ਸੋਚਿਆ ਵੀ ਤਲਵਾਰ ਕੋਲ ਸੀ ਸੁੱਖਾ ਸਿੰਘ ਦੇ, ਵੀ ਮਾਂ ਨੂੰ ਵੀ ਕਤਲ ਕਰ ਦਿਆਂ ਤੇ ਪਿਓ ਦੀ ਵੀ ਧੌਣ ਲਾ ਦਿਆਂ, ਜਿਹਨੇ ਏਡਾ ਵੱਡਾ ਪਾਪ ਕੀਤਾ। ਫਿਰ ਸੋਚਿਆ ਇਹਨਾਂ ਜੰਮਿਆ ਮੈਨੂੰ, ਮਾਂ-ਬਾਪ ਨੇ ਇਹਨਾਂ ਨੂੰ ਮਾਰਨ ਦਾ ਪਾਪ ਲੱਗੇਗਾ। ਇਹ ਸੋਚਿਆ। ਦੋਹਰਾ ਫਿਰ ਸਿੰਘ ਮਨੇ ਵਿਚਾਰਿਓ, ਇਨ ਮਾਰਨ ਵੱਡ ਪਾਪ। ਮਨ 'ਚ ਵਿਚਾਰ ਕੀਤੀ, ਜੇ ਮਾਂ ਪਿਓ ਨੂੰ ਮਾਰਿਆ ਤੇ ਮਾਂ ਪਿਓ ਨੂੰ ਮਾਰਨ ਦਾ ਬੜਾ ਵੱਡਾ ਵਜਰ ਪਾਪ ਹੈ। ਦੌੜ ਕੂਪ ਮੈਂ ਜਾ ਪੜਾ, ਮਰਨ ਧਾਰ ਚਿਤ ਆਪ। ਸੋਚਿਆ ਮੈਂ ਹੀ ਮਰ ਜਾਣਾ, ਮੈਂ ਆਪਣੀ ਜੀਵਨ ਲੀਲਾ ਹੀ ਖਤਮ ਕਰ ਲਾਂ। ਇਹੋ ਜਿਹਾ ਜੀਵਨ ਹੁਣ ਕੀ ਕਰਨਾ, ਮੇਰੇ ਕੇਸ ਕਤਲ ਕਰ ਦਿੱਤੇ, ਮੇਰੀ ਸਿੱਖੀ ਜਾਂਦੀ ਰਹੀ ਹੈ। ਮਨ 'ਚ ਸੋਚਿਆ ਵੀ ਮਰ ਜਾਵਾਂ। ਇਹ ਸੋਚਦਿਆਂ ਘਰ ਵਿੱਚ ਹੀ ਨੇੜੇ ਖੂਹ ਸੀ, ਉਸ ਖੂਹ ਵਿੱਚ ਭਾਈ ਸੁੱਖਾ ਸਿੰਘ ਨੇ ਆਤਮ ਹੱਤਿਆ ਕਰਨ ਵਾਸਤੇ ਛਾਲ ਮਾਰ ਦਿੱਤੀ। ਕੁਝ ਦਿਨ ਪਹਿਲਾਂ ਉਸ ਇਲਾਕੇ ਦੇ ਕਿਸੇ ਸਿੰਘ ਦਾ ਫੋਨ ਆਇਆ ਸੀ। ਉਹਨੇ ਦੱਸਿਆ ਵੀ ਅੱਜ ਵੀ ਉਹ ਖੂਹ ਹੈ ਉੱਥੇ, ਭਾਈ ਸੁੱਖਾ ਸਿੰਘ ਨੇ ਜਿਹੜੇ ਖੂਹ 'ਚ ਛਾਲ ਮਾਰੀ ਸੀ, ਮਾੜੀ ਕੰਬੋ ਕੀ। ਔਰ ਭਾਈ ਸਾਹਿਬ ਦਾ ਉੱਥੇ ਯਾਦਗਾਰ ਇਤਿਹਾਸਕ ਸਥਾਨ ਵੀ ਹੈ ਭਾਈ ਸੁੱਖਾ ਸਿੰਘ ਉਹਨਾਂ ਦਾ। ਉਹ ਖੂਹ ਦੇ ਵਿੱਚ ਭਾਈ ਸੁੱਖਾ ਸਿੰਘ ਨੇ ਛਾਲ ਮਾਰ ਦਿੱਤੀ। ਜੋ ਪਈ ਤਬ ਲੋਕਨ ਨੇ ਲੱਜ ਫਰਾਈ। ਬਾਹਰੋਂ ਜਿਹੜੇ ਰਿਸ਼ਤੇਦਾਰ ਸੰਬੰਧੀ ਸੀ ਉਹਨਾਂ ਨੇ ਰੱਸੀ ਸੁੱਟੀ ਵਿੱਚ ਕਿ ਰੱਸਾ ਫੜ ਕੇ ਬਾਹਰ ਆ ਜਾਵੇ। ਚਾਹੇ ਮਰਿਓ ਵੈ ਫੜਿਓ ਸੁਨਾਈ। ਸੁੱਖਾ ਸਿੰਘ ਜੀ ਪਾਣੀ ਦੇ ਵਿੱਚ ਡੁੱਬ ਕੇ ਮਰਨਾ ਚਾਹੁੰਦੇ ਸੀ ਖੂਹ ਦੇ, ਉਹਨਾਂ ਨੇ ਰੱਸਾ ਨਹੀਂ ਫੜਿਆ। ਉਲਟ ਪਲਟ ਹੋਏ ਡੁੱਬੇ ਹੋ ਚਾਹੇ। ਉਲਟਾ ਪੁਲਟਾ ਹੁੰਦੇ ਆ, ਪਾਣੀ 'ਚ ਵੀ ਡੁੱਬ ਜਾਵਾਂ, ਕਦੇ ਉਲਟਾ ਹੁੰਦੇ ਆ, ਕਦੇ ਮੂਧੇ ਮੂੰਹ ਵਿੱਚ ਡਿੱਗਦੇ ਆ ਕਿ ਮੈਂ ਇਹਦੇ ਵਿੱਚ ਡੁੱਬ ਕੇ ਮਰ ਜਾਵਾਂ। ਨੀਰ ਨਾ ਡੋਬੇ ਉੱਪਰ ਬਹੇ। ਪਰ ਪਰਮੇਸ਼ਰ ਦੀ ਖੇਡ ਸੁੱਖਾ ਸਿੰਘ ਕੋਲੋਂ ਸੇਵਾ ਲੈਣੀ ਸੀ ਕਲਗੀਆਂ ਵਾਲੇ ਨੇ। ਉਹ ਕਹਿੰਦੇ ਪਾਣੀ ਡੋਬਦਾ ਨਹੀਂ ਹੈ ਉਹਨਾਂ ਨੂੰ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਡੁੱਬਦੇ ਆ, ਪੁੱਠੇ ਸਿੱਧੇ ਹੁੰਦੇ ਭਾਈ ਸੁੱਖਾ ਸਿੰਘ ਹੋਣੀ, ਪਰ ਮੇਰੇ ਸਾਹਿਬ ਡੁੱਬਣ ਨਹੀਂ ਦਿੰਦੇ। ਉਹ ਪਾਣੀ ਤਾਰੀ ਜਾਂਦਾ ਉੱਤੇ ਹੀ ਉਹਨਾਂ ਨੂੰ, ਉਹ ਡੁੱਬਦੇ ਆ ਵਿੱਚ, ਪਾਣੀ ਫੇਰ ਉੱਤੇ ਨੂੰ ਕੱਢ ਕੇ ਤਾਰ ਦਿੰਦਾ। ਇਹੋ ਜੀ ਖੇਡ ਵਰਤੀ। ਤਬ ਉਸ ਭਾਈ ਖੂਹ ਮਦ ਬੜਾ। ਫਿਰ ਸੁੱਖਾ ਸਿੰਘ ਦਾ ਇੱਕ ਭਰਾ ਸੀ ਵੱਡਾ, ਉਹ ਖੂਹ ਵਿੱਚ ਰੱਸੀ ਲੈ ਕੇ ਲਟਕਿਆ। ਫੜੀ ਲੱਜ ਪੁਨ ਵੈ ਪੀ ਫੜਾ। ਉਹਨੇ ਜ਼ਬਰਦਸਤੀ ਸੁੱਖਾ ਸਿੰਘ ਦੇ ਨਾਲ ਰੱਸੀ ਬੰਨੀ ਤੇ ਉਹਨੂੰ ਖਿੱਚ ਕੇ ਬਾਹਰ ਲੈ ਕੇ ਆਇਆ। ਤੋਲੋ ਏਕ ਸਿੰਘ ਤੈ ਆਈ। ਸੁੱਖਾ ਸਿੰਘ ਕਹੇ ਮੈਂ ਨਹੀਂ ਨਿਕਲਣਾ ਬਾਹਰ, ਮੈਨੂੰ ਮਰਨ ਦਿਓ।
ਪਰ ਉਹ ਜ਼ਬਰਦਸਤੀ ਬਾਹਰ ਲੈ ਆਏ। ਗੱਲਾਂ ਹੋ ਹੀ ਰਹੀਆਂ ਸਨ ਕਿ ਇੰਨੇ ਨੂੰ ਇੱਕ ਸਿੰਘ ਤਿਆਰ ਬਰ ਤਿਆਰ ਉਹ ਉੱਥੇ ਪਹੁੰਚ ਗਿਆ ਜਿੱਥੇ ਸਾਰਾ ਕੁਝ ਹੋ ਰਿਹਾ ਸੀ ਮਾੜੀ ਕੰਬੋ ਕੀ। ਉਹਨੇ ਆਖ ਕਰ ਇਮ ਸਮਝਾਈ। ਉਹਨੇ ਪਤਾ ਕੀਤਾ ਸਾਰਾ ਮਸਲਾ ਕੀ ਹੈ। ਵੇਖ ਕੇ ਸੁੱਖਾ ਸਿੰਘ ਨੂੰ ਕਹਿਣ ਲੱਗਾ, ਉਹ ਸੁੱਖਾ ਸਿਆਂ ਸੁਣ, ਮਰਨੋ ਹੈ ਮਰ ਤੁਰਕਨ ਸਿਰ ਚਰ। ਜੇ ਮਰਨਾ ਹੀ ਆ ਤੇ ਤੁਰਕਾਂ ਦੇ ਸਿਰ ਚੜ ਕੇ ਮਾਰ। ਇੱਥੇ ਖੂਹ ਚ ਆਤਮ ਹੱਤਿਆ ਕਰਕੇ ਕੀ ਲੱਭਦਾ? ਇਹ ਮੌਤ ਤਾਂ ਮੇਰੇ ਸਾਹਿਬ ਨੂੰ ਪ੍ਰਵਾਨ ਹੀ ਨਹੀਂ। ਆਤਮ ਘਾਤੀ ਜਗਤ ਕਸਾਈ, ਇਹ ਵਚਨ ਕਹੇ ਨੇ ਸਤਿਗੁਰਾਂ ਨੇ। ਜੇ ਮਰਨਾ ਹੀ ਹੈ, ਜੇ ਠਾਣ ਹੀ ਲਈ ਆ ਮਰਨ ਦੀ, ਤੇ ਫਿਰ ਤੁਰਕਾਂ ਦੇ ਸਿਰ ਚੜ ਕੇ ਮਰ। ਔਰ ਮੌਤ ਕਿਉਂ ਮਰੇ ਬੇਅਰਥ ਕਰ। ਆ ਜਿਹੜੀਆਂ ਹੋਰ ਮੌਤਾਂ ਨੇ ਤਾਂ ਬੇਅਰਥ ਨੇ, ਫਜ਼ੂਲ ਨੇ। ਇਹ ਮੌਤ ਮਰ ਕੇ ਕੀ ਹੋਵੇਗਾ? ਇਹੋ ਜਿਹਾ ਮਰਨਾ ਮਰ ਕੇ ਮੁੜ ਮੁੜ ਕੇ ਮਰਨਾ ਪੈਣਾ। ਜੇ ਤੁਰਕਾਂ ਦੇ ਸਿਰ ਚੜ ਕੇ ਮਰੇਗਾ ਤੇ ਸੁੱਖਾ ਸਿਆਂ ਮੁੜ ਕੇ ਮਰਨਾ ਨਹੀਂ ਹੋਵੇਗਾ। ਹਾਂਜੀ, ਜਿਨ ਤੁਰਕਨ ਗੁਰ ਸਾਡੇ ਅਕਾਏ। ਜਿਨ੍ਹਾਂ ਤੁਰਕਾਂ ਨੇ ਸਾਡੇ ਗੁਰੂਆਂ ਨੂੰ ਅਕਾਇਆ, ਸਾਡੇ ਗੁਰੂਆਂ ਦੇ ਨਾਲ ਜਿਨ੍ਹਾਂ ਤੁਰਕਾਂ ਨੇ ਵੈਰ ਕਮਾਇਆ। ਹਿੰਦੂਆਂ ਕੋ ਚੈ ਤੁਰਕ ਬਣਾਏ। ਜਿਨ੍ਹਾਂ ਹਜ਼ਾਰਾਂ ਹਿੰਦੂਆਂ ਨੂੰ ਤੁਰਕ ਬਣਾਉਣਾ ਚਾਹਿਆ ਤੇ ਹੁਣ ਸਿੰਘਾਂ ਨੂੰ ਤੁਰਕ ਬਣਾਉਣਾ ਚਾਹੁੰਦੇ ਨੇ। ਹੈ ਤੁਰਕਨ ਲੜ ਮਰਨੋ ਭਲੋ। ਜੇ ਮਰਨਾ ਹੀ ਹੈ ਤਾਂ ਉਹਨਾਂ ਤੁਰਕਾਂ ਨਾਲ ਲੜ ਕੇ ਮਰਨਾ ਹੀ ਭਲਾ ਹੈ। ਸੁੱਖਾ ਸਿਆਂ ਇਹਨਾਂ ਮਲੇਛਾਂ ਨਾਲ ਲੜ ਕੇ ਮਰਨਾ ਭਲਾ ਹੈ। ਨਿਕਲ ਕੂਏ ਸੋ ਸਿੰਘਨ ਰਲੋ। ਉੱਠ ਨਿਕਲ ਖੂਹ ਵਿੱਚੋਂ ਚੱਲ ਕੇ ਬਾਹਰ ਤੇ ਮੇਰੇ ਨਾਲ ਚੱਲ, ਮੈਂ ਤੈਨੂੰ ਸਿੰਘਾਂ ਨਾਲ ਰਲਾਉਣਾ। ਖਾਲਸੇ ਦੀ ਸ਼ਰਨ ਚ ਲੈ ਕੇ ਚੱਲਦਾ ਹਾਂ। ਮਾਰ ਤੁਰਕਨ ਕੋ ਹੋਵੋ ਸ਼ਹੀਦ। ਔਰ ਤੁਰਕਾਂ ਨੂੰ ਮਾਰ ਕੇ ਸ਼ਹੀਦੀ ਦੇ ਗੱਫੇ ਪ੍ਰਾਪਤ ਕਰੋ, ਸ਼ਹੀਦੀ ਦਾ ਜਾਮ ਪ੍ਰਾਪਤ ਕਰੋ। ਹਮਰੀ ਤੁਮ ਕੋ ਯਹੀ ਤਕੀਦ। ਮੇਰੀ ਤਾਂ ਸੁੱਖਾ ਸਿਆਂ ਤੈਨੂੰ ਇਹੀ ਤਕੀਦ ਹੈ, ਅੱਗੇ ਤੇਰੀ ਮਰਜ਼ੀ। ਮੈਂ ਤਾਂ ਤੈਨੂੰ ਸਲਾਹ ਹੀ ਦੇਣੀ ਸੀ। ਮੇਰੀ ਤਾਂ ਇਹੀ ਤਕੀਦ ਹੈ ਸੁੱਖਾ ਸਿੰਘ, ਅੱਗੇ ਤੇਰੀ ਮਰਜ਼ੀ ਹੈ। ਦੋਹਰਾ ਤਬ ਸੁੱਖਾ ਸਿੰਘ ਮੰਨ ਲਈ ਨਿਕਸਿਓ ਇਮ ਚਿਤ ਧਾਰ। ਭਾਈ ਸੁੱਖਾ ਸਿੰਘ ਜੀ ਪਹਿਲਾਂ ਤਾਂ ਖੂਹ ਚੋਂ ਨਿਕਲਦੇ ਨਹੀਂ ਸੀ। ਜਦੋਂ ਸਿੰਘ ਨੇ ਆਵਾਜ਼ ਮਾਰੀ ਫਿਰ ਉਹ ਆ ਗਏ ਬਾਹਰ ਆ ਕੇ ਨਿਕਲ ਗਏ। ਇਨੇ ਸਿੰਘ ਸਾਚੀ ਕਈ ਅਬ ਮਰੀਏ ਤੁਰਕਨ ਮਾਰ। ਕਹਿੰਦੇ ਇਹ ਸਿੰਘ ਨੇ ਬਿਲਕੁਲ ਸੱਚ ਕਿਹਾ। ਪਹਿਲਾਂ ਤਾਂ ਸਿੰਘ ਦੇ ਚਰਨੀ ਹੱਥ ਲਾਇਆ, ਆਖਿਆ ਧੰਨਵਾਦ, ਤੁਸੀਂ ਜੋ ਕਿਹਾ ਸੱਚ ਕਿਹਾ। ਵਾਕਈ ਜੇ ਮਰਨਾ ਤੇ ਤੁਰਕਾਂ ਦੇ ਸਿਰੇ ਚੜ ਕੇ ਮਰਾਂਗੇ। ਚੌਪਈ ਔਰ ਚਿੱਤ ਉਸ ਦ੍ਰਿੜਤਾ ਆਈ। ਭਾਈ ਸੁੱਖਾ ਸਿੰਘ ਦੇ ਹਿਰਦੇ 'ਚ ਦ੍ਰਿੜਤਾ ਆ ਗਈ, ਹੋਰ ਪਰਪੱਕਤਾ ਆ ਗਈ। ਜਿੰਨੀ ਪਰਪੱਕਤਾ ਪਹਿਲਾਂ ਸੀ ਨਾ, ਉਹਦੇ ਨਾਲੋਂ ਕਈ ਗੁਣਾ ਵੱਧ ਦ੍ਰਿੜਤਾ ਅੰਦਰ ਆ ਗਈ। ਮਰੇ ਨਹੀਂ ਬਿਨ ਮੋਤੇ ਆਈ। ਸੋਚਿਆ, ਦ੍ਰਿੜਤਾ ਇੰਨੀ ਆਈ, ਕਹਿੰਦੇ ਜਦੋਂ ਤੱਕ ਮੌਤ ਨਹੀਂ ਨਾ ਆਉਂਦੀ ਉਦੋਂ ਤੱਕ ਮਰਦਾ ਨਹੀਂ ਬੰਦਾ, ਜੋ ਮਰਜ਼ੀ ਕਰ ਲੈ। ਆਪਣੇ ਵੱਲੋਂ ਜ਼ੋਰ ਬਥੇਰਾ ਲਾਇਆ ਸੀ ਮਰਨ ਦਾ, ਬਥੇਰੀਆਂ ਪੁੱਟੀਆਂ ਸਿੱਧੀਆਂ ਛਾਲਾਂ ਮਾਰੀਆਂ ਪਾਣੀ 'ਚ, ਪਾਣੀ ਕਿੱਥੇ ਡੋਬੇ। ਮਨ 'ਚ ਦ੍ਰਿੜਤਾ ਆ ਗਈ ਕਿ ਜਦੋਂ ਤੱਕ ਮੌਤ ਨਹੀਂ ਆਉਂਦੀ ਉਦੋਂ ਤੱਕ ਆਪਣੇ ਆਪ ਨਹੀਂ ਮਰਿਆ ਜਾ ਸਕਦਾ। ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ, ਜ਼ੋਰ ਮਰਨ ਵਿੱਚ ਵੀ ਨਹੀਂ ਹੈ। ਹਾਂਜੀ, ਖੂਹ ਪੜੇ ਪੀ ਮਰੇ ਹਮ ਨਾਏ। ਖੂਹ ਵਿੱਚ ਡਿੱਗ ਕੇ ਵੀ ਨਹੀਂ ਮਰਿਆ ਮੈਂ ਤਾਂ, ਖੂਹ ਵਿੱਚ ਡਿੱਗ ਕੇ ਵੀ ਮੌਤ ਨਹੀਂ ਹੋਈ। ਰਹੇ ਮਰਨ ਕੋ ਬੋ ਚਿਤ ਚਾਹੇ। ਕਹਿਣ ਲੱਗੇ ਮੈਂ ਚਿੱਤ 'ਚ ਚਾਹਿਆ ਸੀ ਕਿ ਮਰ ਜਾਵਾਂ ਪਰ ਨਹੀਂ ਮਰ ਸਕਿਆ। ਤਬ ਸੁੱਖਾ ਸਿੰਘ ਯੋ ਮਨ ਧਾਰਿਓ। ਭਾਈ ਸੁੱਖਾ ਸਿੰਘ ਨੇ ਆਪਣੇ ਮਨ 'ਚ ਇਸ ਤਰ੍ਹਾਂ ਦ੍ਰਿੜ ਨਿਸ਼ਚਾ ਕੀਤਾ, ਨੈ ਤੁਰਕਨ ਕੋ ਮਿਟੋ ਲਲਕਾਰਿਓ। ਕਹਿੰਦੇ ਤੁਰਕਾਂ ਦੇ ਨਾਲ ਉਹਨਾਂ ਨੂੰ ਲਲਕਾਰ ਕੇ ਜੇ ਮੈਂ ਮਾਰਾਂਗਾ, ਜਦੋਂ ਤੱਕ ਮੇਰੀ ਮੌਤ ਨਹੀਂ ਆਉਂਦੀ ਉਹ ਮੈਨੂੰ ਨਹੀਂ ਮਾਰ ਸਕਣਗੇ। ਇੱਕ ਸ਼ਸਤਰ ਜਾਉ ਗੋਲਾਏ। ਕਹਿੰਦੇ ਇੱਕ ਸ਼ਸਤਰ ਲਾ ਕੇ ਚਲਾ ਜਾਵਾਂਗਾ ਵੈਰੀਆਂ ਨੂੰ, ਤੋ ਫਿਰ ਜਾਉ ਦਾਉ ਬਚਾਏ। ਕਹਿੰਦੇ ਫਿਰ ਦਾਉ ਬਚਾ ਕੇ ਆ ਜਾਵਾਂਗਾ। ਦੋਹਰਾ ਉਸੇ ਪਿੰਡ ਕੇ ਪੈਂਚ ਪੈ ਘੋੜੀ ਥੀ ਇੱਕ ਚੰਗ। ਭਾਈ ਸੁੱਖਾ ਸਿੰਘ ਨੇ ਸੋਚਿਆ ਕਿ ਸਿੰਘਾਂ ਨਾਲ ਰਲਣਾ ਹੈ, ਕੋਈ ਵਧੀਆ ਘੋੜੀ ਹੋਵੇ ਜਾਂ ਘੋੜਾ ਹੋਵੇ ਤੇ ਵਧੀਆ ਗੱਲ ਬਣੇ।
ਵੇਖਿਆ ਕਿ ਪਿੰਡ ਦਾ ਇੱਕ ਪੰਚ ਸੀ ਮਾੜੀ ਕੰਬੋਕੀ ਦਾ, ਉਹਦੀ ਇੱਕ ਚੰਗੀ ਵਧੀਆ ਘੋੜੀ ਸੀ ਉਹਦੇ ਘਰ 'ਚ। ਹਾਂਜੀ। ਪਾਣੀ ਪਿਲਾਵਨ ਭੇਤ ਸੋ ਲੈ ਜਾਏ ਰਲਿਓ ਨਿਸੰਗ। ਸੁੱਖਾ ਸਿੰਘ ਜੀ ਉਹਦੇ ਘਰ ਗਏ। ਪਹਿਲਾਂ 2-4 ਦਿਨ ਉਹਨੂੰ ਕਹਿੰਦੇ ਘੋੜੀ ਦੀ ਸੇਵਾ ਮੈਂ ਕਰਦਾ ਪੰਚ ਜੀ, ਇਹਨੂੰ ਜਲ ਪਾਣੀ ਛਕਾ ਦਿਆ ਕਰਾਂਗੇ, ਘੋੜੀ ਨੂੰ ਖਰਖਰਾ ਫੇਰ ਦਿਆ ਕਰਾਂਗੇ। ਉਹ 2-4 ਦਿਨ ਪਹਿਲਾਂ ਪਾਣੀ ਪਿਲਾਉਣ ਦੇ ਬਹਾਨੇ ਲਿਜਾ ਕੇ ਤੀਜੇ ਕੁ ਦਿਨ ਵੇਖ ਕੇ ਮਾਰ ਕੇ ਪਲਾਕੀ ਛਾਲ ਮਾਰ ਕੇ ਘੋੜੀ ਲੈ ਕੇ ਉੱਥੋਂ ਹਰਨ ਭਰਨ ਹੋ ਗਏ ਸੁੱਖਾ ਸਿੰਘ ਜੀ ਪੰਚ ਦੀ। ਹਾਂਜੀ। ਚੋਪਈ ਜਾ ਕਰ ਪੰਥ ਖਾਲਸੇ ਰਲਿਓ। ਜਾ ਕੇ ਨਿਸੰਗ ਹੋ ਕੇ ਸਿੰਘਾਂ ਨਾਲ ਰਲ ਗਏ, ਖਾਲਸੇ ਪੰਥ ਨਾਲ ਆ ਰਲੇ। ਕਿੱਥੇ ਰਲੇ ਦੱਸਦੇ ਨੇ, ਪੁੱਛ ਡੇਰੋ ਸ਼ਾਮ ਸਿੰਘ ਕੇ ਵੜਿਓ। ਜਥੇਦਾਰ ਸ਼ਿਆਮ ਸਿੰਘ ਜੀ ਨਾਰਲੇ ਵਾਲੇ ਜੋ ਬੁੱਢੇ ਦਲ ਦੇ ਜਥੇਦਾਰ ਸਨ, ਉਹਨਾਂ ਦੇ ਕੋਲ ਜਾ ਪਹੁੰਚੇ, ਉਹਨਾਂ ਦਾ ਡੇਰਾ ਪਤਾ ਕਰਕੇ ਵੀ ਸ਼ਾਮ ਸਿੰਘ ਜੀ ਕਿੱਥੇ ਨੇ, ਕਿ ਸੁੱਖਾ ਸਿੰਘ ਦਾ ਉਹਨਾਂ ਨਾਲ ਸਨੇਹ ਸੀ। ਤੇ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ ਉਹਨਾਂ ਦੇ ਕੋਲ ਚਲੇ ਗਏ। ਪਾਹੁਲ ਸ਼ਾਮ ਸਿੰਘ ਤੇ ਲਈ, ਕਿਉਂਕਿ ਬਾਬਾ ਸ਼ਾਮ ਸਿੰਘ ਜੀ ਕੋਲੋਂ ਜਾ ਕੇ ਇਹਨਾਂ ਨੇ ਫਿਰ ਪੌਲ ਲਈ ਖੰਡੇ ਦੀ ਦੁਬਾਰਾ। ਪਹਿਲਾਂ ਵੀ ਉਹਨਾਂ ਕੋਲ ਹੀ ਅੰਮ੍ਰਿਤ ਛਕਿਆ ਸੀ। ਹੁਣ ਕੇਸ ਕਤਲ ਇਹ ਸਿੱਖੀ ਨਹੀਂ ਗਈ, ਇਹਦੇ 'ਚ ਸੁੱਖਾ ਸਿੰਘ ਦੀ ਸਹਿਮਤੀ ਨਹੀਂ ਸੀ, ਤਾਂ ਬੇਹੋਸ਼ੀ ਦੀ ਹਾਲਤ 'ਚ ਮਾਂ-ਬਾਪ ਨੇ ਕਰਤੂਤ ਕੀਤੀ। ਇਸ ਕਰਕੇ ਸੁੱਖਾ ਸਿੰਘ ਜੀ ਹੱਲ ਅੱਜ ਵੀ ਪੂਰਨ ਨੇ, ਪਰ ਫਿਰ ਵੀ ਜੋ ਮਰਿਆਦਾ ਸੀ ਪੰਥ ਦੀ, ਜਥੇਦਾਰ ਬਾਬਾ ਸ਼ਾਮ ਸਿੰਘ ਜੀ ਦੇ ਪਾਸੋਂ ਜਾ ਕੇ ਭਾਈ ਸੁੱਖਾ ਸਿੰਘ ਹੋਣਾ ਨੇ ਅੰਮ੍ਰਿਤ ਦੀ ਦਾਤ ਲਈ, ਖੰਡੇ ਦੀ ਪੌਲ ਛਕੀ। ਪੁੱਤਰਨ ਜਿਮ ਉਸ ਪ੍ਰੀਤ ਉਪਜਈ। ਸ਼ਾਮ ਸਿੰਘ ਜੀ ਦੇ ਮਨ 'ਚ ਸੁੱਖਾ ਸਿੰਘ ਪ੍ਰਤੀ ਪੁੱਤਰਾਂ ਵਾਂਗੂ ਪਿਆਰ ਪੈ ਗਿਆ। ਵੀ ਮੰਨ ਲਓ ਜਿਵੇਂ ਪੁੱਤਰਾਂ ਨਾਲ ਪ੍ਰੇਮ ਹੁੰਦਾ ਨਾ, ਏਦਾਂ ਸੁੱਖਾ ਸਿੰਘ ਨਾਲ ਪ੍ਰੇਮ ਪੈ ਗਿਆ। ਤੋ ਸੁੱਖੇ ਸਿੰਘ ਯੋਂ ਦਿਲ ਆਈ। ਕੁਝ ਕੁ ਦਿਨ ਬੀਤੇ ਤੇ ਸੁੱਖਾ ਸਿੰਘ ਦੇ ਮਨ 'ਚ ਖਿਆਲ ਆਇਆ, ਸੋਚ ਆਈ, ਘੋੜੀ ਕੋ ਮੁੱਲ ਦਈਏ ਕਲਾਈ। ਸੋਚਿਆ ਵੀ ਇੱਕ ਪੰਚ ਦੀ ਪਿੰਡੋਂ ਘੋੜੀ ਖੋਲ ਕੇ ਲਿਆਇਆ, ਉਹ ਸੋਚੇਗਾ ਵੀ ਸਿੰਘ ਨੇ ਦਗਾ ਕੀਤਾ ਮੇਰੇ ਨਾਲ, ਫਰੇਬ ਕੀਤਾ, ਮੇਰੀ ਘੋੜੀ ਲੈ ਗਿਆ ਚੋਰੀ। ਸੋਚਿਆ ਵੀ ਘੋੜੀ ਦਾ ਜਿਹੜਾ ਮੁੱਲ ਹੈ ਨਾ, ਜਿੰਨੇ ਦੀ ਹੈ ਉਹਦੇ ਨਾਲੋਂ ਵੱਧ ਉਹ ਮੈਂ ਪੰਚ ਕੋਲ ਭੇਜ ਦਿਆਂ, ਤਾਂ ਜੋ ਮੁੜ ਕੇ ਉਹਦੇ ਕੋਲ ਮਿਲਣ ਜੋਗਾ ਹੋਵਾਂ, ਨੂੰ ਮੂੰਹ ਵਿਖਾਣ ਜੋਗਾ ਹੋਵਾਂ, ਤੇ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਸੁਰਖਰੂ ਹੋਵਾਂਗੇ। ਵੇਖੋ ਕਿੰਨਾ ਕੋਮਲ ਦਿਲ। ਮਜਬੂਰੀ ਸੀ, ਲਿਜਾਣੀ ਪਈ ਘੋੜੀ, ਲਿਜਾਏ ਬਿਨਾਂ ਸਰਦਾ ਨਹੀਂ ਸੀ। ਪਰ ਹੁਣ ਸੋਚਿਆ ਵੀ ਜੇ ਮਾਇਆ ਦਾ ਗੱਫਾ ਹੈ ਤਾਂ ਉਹ ਮੈਂ ਪੰਚ ਕੋਲ ਭੇਜ ਕੇ ਘੋੜੀ ਦਾ ਮੁੱਲ ਤਾਰ ਦਿਆਂ। ਯੋਂ ਸਿੰਘ ਤੁਰਿਓ ਲਾਹੌਰੇ ਰਾਏ। ਪਰ ਮਾਇਆ ਦਾ ਗੱਫਾ ਕਿੱਥੋਂ ਲਿਆਈਏ? ਸੁੱਖਾ ਸਿੰਘ ਨੇ ਸੋਚਿਆ ਵੀ ਮਾਇਆ ਚਾਹੀਦੀ ਹੈ, ਤੇ ਮਾਇਆ ਤਾਂ ਹੁਣ ਹੈ ਨਹੀਂ ਸੀ। ਫਾਕੇ ਕੱਟਦੇ ਸੀ ਸਿੰਘ, ਤਾਂ ਲੁੱਟਮਾਰ ਕਰਦੇ ਸੀ ਜਿੱਥੋਂ ਕਿਤੋਂ, ਕੋਈ ਤੁਰਕਾਂ ਕੋਲੋਂ ਜਾ ਕੇ ਲੁੱਟ ਕੇ ਲੈ ਆਉਣੀ, ਜਾਂ ਕੋਈ ਰਾਹਗੀਰ ਜਿਹੜੇ ਤੁਰਕ ਜਾਂਦੇ ਸੀ ਕਰ ਲੈ ਕੇ ਉਹਨਾਂ ਕੋਲੋਂ ਲੁੱਟ ਕੇ ਲਿਆਉਂਦੇ ਸੀ। ਉਹ ਹੁਣ ਹੈ ਨਹੀਂ ਸੀ ਮਾਇਆ। ਸੋਚਿਆ ਵੀ ਮਾਇਆ ਦੇਣੀ ਵੀ ਜ਼ਰੂਰ ਹੈ ਪੰਚ ਨੂੰ, ਤੇ ਲਿਆਈਏ ਕਿੱਥੋਂ? ਫਿਰ ਸੋਚਿਆ ਵੀ ਲਾਹੌਰ ਸ਼ਹਿਰ ਸਾਰਾ ਮਾਇਆ ਨਾਲ ਹੀ ਭਰਿਆ ਪਿਆ। ਵੇਖੋ ਦਲੇਰੀ ਸੁੱਖਾ ਸਿੰਘ ਦੀ। ਹੁਣ ਸੋਚਿਆ ਕਿ ਲਾਹੌਰ ਸ਼ਹਿਰ ਵਿੱਚ ਸੁਣਿਆ ਬਾਜ਼ਾਰ ਨੇ ਸ਼ਰਾਫ ਦੇ, ਸ਼ਰਾਫ ਦਾ ਮਤਲਬ ਸੁਨਿਆਰੇ ਦੇ, ਉੱਥੇ ਕਹਿੰਦੇ ਬੜੀਆਂ ਸ਼ਰਫੀਆਂ ਤੇ ਸੋਨਾ ਪਿਆ ਹੁੰਦਾ, ਉਹ ਸਾਰਾ ਆਪਣਾ ਹੀ ਆ, ਖਾਲਸੇ ਦਾ, ਅਸੀਂ ਲੁੱਟ ਕੇ ਲੈ ਆਉਨੇ ਆ। ਸੁੱਖਾ ਸਿੰਘ ਨੇ ਏਦਾਂ ਸੋਚਿਆ, ਲਿਓ ਭੇਖ ਤਿੰਨ ਜੱਟ ਬਣਾਏ। ਜਿਵੇਂ ਜ਼ਿਮੀਂਦਾਰ ਦਾ ਭੇਖ ਹੁੰਦਾ ਨਾ ਜੱਟਾਂ ਦਾ, ਪਿੰਡਾਂ ਵਿੱਚ ਕੇਸ ਕੱਟੇ ਹੁੰਦੇ ਸਨ ਬਹੁਤਿਆਂ ਨੇ, ਕੇਸ ਇਹਦੇ ਵੀ ਕੋਈ ਨਹੀਂ ਸੀ ਸਿਰ ਤੇ, ਹਾਲੇ ਨਵੇਂ ਕੇਸ ਕੱਟੇ ਸੀ ਨਾ, ਤੇ ਇਹਨੇ ਉਦਾਂ ਦਾ ਇੱਕ ਭੇਖ ਬਣਾ ਲਿਆ ਭਾਈ ਸੁੱਖਾ ਸਿੰਘ ਹੋਣਾ ਨੇ। ਕੇਸ ਸੀਸ ਤਬ ਥੇ ਉਸ ਥੋੜੇ ਥੋੜੇ ਕੇਸ ਸਨ ਸਿਰ ਦੇ ਉੱਤੇ। ਜਾਏ ਵੜਿਓ ਇਮ ਮੱਧ ਲਾਹੌਰੇ। ਉਦਾਂ ਹੀ ਉਹ ਜ਼ਿਮੀਂਦਾਰਾਂ ਵਾਲਾ ਭੇਖ ਜਿਹਾ ਬਣਾ ਕੇ ਚਾਦਰਾ ਲਾ ਕੇ ਤੇ ਲਾਹੌਰ ਸ਼ਹਿਰ ਵਿੱਚ ਜਾ ਵੜੇ। ਸੋ ਜਾ ਵੜਿਓ ਸਰਾਫੀ ਬਾਜ਼ਾਰ। ਸਿੱਧਾ ਗਏ ਜਿੱਥੇ ਸਰਾਫ ਦਾ ਬਾਜ਼ਾਰ ਸੀ ਨਾ ਸੁਨਿਆਰਿਆਂ ਦਾ, ਉਸ ਬਾਜ਼ਾਰ 'ਚ ਪਹੁੰਚ ਗਏ। ਫਿਰ ਤੁ ਮੋਹਰਨ ਤਰ ਕੰਦੇ ਭਾਰ। ਉੱਥੇ ਹੁਣ ਸੋਨੇ ਦੀਆਂ ਸ਼ਰਫੀਆਂ ਦੇ ਭਾਰ ਜਿਹੜੇ ਸਨ ਉਹ ਚੁੱਕ ਕੇ ਟੁਰੇ ਫਿਰਦੇ ਸੀ ਲੋਕ ਉੱਥੇ, ਵਪਾਰੀ, ਸੋਨੇ ਦਾ ਵਪਾਰ ਹੋ ਰਿਹਾ ਹੈ। ਇੱਕ ਥੈਲੀ ਸਿੰਘ ਦ੍ਰਿਸ਼ਟੀ ਆਈ। ਇੱਕ ਥੈਲੀ ਸਿੰਘ ਜੀ ਦੇ ਦ੍ਰਿਸ਼ਟੀ ਆ ਗਈ, ਸੁੱਖਾ ਸਿੰਘ ਦੇ ਥੈਲੀ ਸੀ ਸ਼ਰਫੀਆਂ ਦੀ, ਉਹ ਨਿਗਾਹ ਪੈ ਗਈ। ਫੜ ਕੰਦਿਓ ਸਿੰਘ ਲਰ ਮੈਂ ਪਾਈ। ਉਹ ਇੱਕ ਚੁੱਕੀ ਜਾਂਦਾ ਸੀ ਮੋਢੇ ਤੇ ਸੁੱਖਾ ਸਿੰਘ ਜੀ ਘੋੜੇ ਤੇ ਜਾ ਰਹੇ ਸਨ। ਘੋੜੀ ਸੀ ਇਹਨਾਂ ਕੋਲ ਬੜੀ ਤੇਜ਼,
ਉਹਦੇ ਮੋਢੇ ਤੋਂ ਹੀ ਹੱਥ ਪਾ ਕੇ ਨਾ ਅਸ਼ਰਫੀਆਂ ਕਹਿੰਦੇ ਲਿਆ ਇਹ ਖਾਲਸੇ ਦਾ ਹਿੱਸਾ ਹੈ। ਉਹ ਲੈ ਕੇ ਉਹਦੇ ਕੋਲੋਂ ਅਸ਼ਰਫੀਆਂ ਦੀ ਜਿਹੜੀ ਉਹ ਛੋਟੀ ਜਿਹੀ ਥੈਲੀ ਭਾਰ ਹੋਵੇਗਾ, ਵਜਨ ਹੋਵੇਗਾ, ਉਹ ਚੁੱਕ ਕੇ ਘੋੜੇ ਤੇ ਰੱਖ ਲਈ। ਛੇੜ ਘੋੜੀ ਦਰਵਾਜ਼ਿਓਂ ਲੰਘ, ਬਸ ਫਿਰ ਘੋੜੀ ਨੂੰ ਮਾੜੀ ਜੀ ਅੱਡੀ ਲਾਈ ਵੀ ਚੱਲ ਹੁਣ ਹੋ ਜਾ ਹਵਾ। ਕਹਿੰਦੇ ਦਰਵਾਜ਼ੇ ਚੋਂ ਨਿਕਲੇ, ਲਾਹੌਰ ਦੇ ਦਰਵਾਜ਼ੇ ਚੋਂ ਨਿਕਲਦੇ ਉਹ ਹਾਲੇ ਵੇਖਦਾ ਹੀ ਰਹਿ ਗਿਆ ਵੀ ਇਹ ਕੀ ਹੋਇਆ। ਉਹਨੂੰ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਇੰਨਾ ਸਿਕਿਉਰਿਟੀ ਵਾਲਾ ਬਾਜ਼ਾਰ ਹੈ, ਵੀ ਇੱਥੇ ਤੁਰਕਾਂ ਦੀਆਂ ਫੌਜਾਂ ਫਿਰਦੀਆਂ, ਇੱਥੇ ਕਿੱਥੇ ਚੋਰ ਆ ਜਾਏਗਾ, ਕੋਈ ਡਾਕੂ ਆ ਜਾਏਗਾ। ਉਹ ਤਾਂ ਚੇਤੇ ਵੀ ਨਹੀਂ ਸੀ ਵੀ ਇਦਾਂ ਵੀ ਹੋ ਜਾਂਦਾ ਵੀ ਚੋਰਾਂ ਨੂੰ ਵੀ ਮੋਰ ਪੈ ਜਾਂਦੇ ਆ ਕਈ ਵਾਰੀ। ਉਹ ਖੇਡ ਬਣੀ ਉੱਥੇ ਜਦੋਂ ਲੈ ਕੇ ਉਹ ਹਾਲੇ ਸੋਚੀ ਜਾਂਦਾ ਸੀ। ਭਾਈ ਸੁੱਖਾ ਸਿੰਘ ਜੀ ਉਹ ਗੇਟ ਦੇ ਵਿੱਚੋਂ ਨਿਕਲ ਕੇ ਬਾਹਰ ਨੂੰ ਚਲੇ ਗਏ। ਕਰੀ ਨਾ ਤਿੰਨ ਕੱਚ ਮਰਨੋਂ ਸੰਗ, ਸੁੱਖਾ ਸਿੰਘ ਨੇ ਮਰਨ ਦਾ ਮਾੜਾ ਮੋਟਾ ਵੀ ਮਨ 'ਚ ਸ਼ੰਕਾ ਨਹੀਂ ਰੱਖਿਆ। ਕਹਿੰਦੇ ਜੇ ਆਉਣੀ ਆ ਤੇ ਆ ਹੀ ਜਾਣੀ ਸੀ, ਗੁਰੂ ਸਾਹਿਬ ਨੇ ਰੱਖ ਲਿਆ, ਇਹਦਾ ਮਤਲਬ ਸੇਵਾ ਲੈਣੀ ਆ ਮੇਰੇ ਕੋਲੋਂ, ਇਸ ਕਰਕੇ ਨਿਸੰਗ। ਕਹਿੰਦੇ ਜੇ ਮਰਨਾ ਹੁੰਦਾ ਤੇ ਖੂਹ 'ਚ ਹੀ ਮਰ ਜਾਂਦਾ। ਮੌਤ ਦਾ ਖੌਫ ਨਾ ਕੀਤਾ ਮਨ 'ਚ, ਬਸ ਲੈ ਟੁਰੇ। ਦੋਹਰਾ ਘੜੀ ਦੋ ਇੱਕ ਦਿਨ ਰਹਿਤ ਥੋ, ਸਿੰਘ ਭਇਓ ਪਾਉਣ ਕੇ ਭੇਸ। ਦੋ ਘੜੀਆਂ ਦਿਨ ਰਹਿੰਦਾ, ਆ ਜਿਹੜਾ ਹੁਣ ਦਾ ਵੇਲਾ, ਬਸ ਇਹੀ ਟਾਈਮ ਹੋਵੇਗਾ ਜਦੋਂ ਭਾਈ ਸੁੱਖਾ ਸਿੰਘ ਜੀ ਉੱਥੋਂ ਲੈ ਕੇ ਸ਼ਰਫੀਆਂ ਦੀ ਉਹ ਥੈਲੀ ਨਿਕਲੇ। ਗਇਓ ਗਇਓ ਕਹਤੇ ਰਹੇ, ਸਿੰਘ ਮੁਖ ਕੀਓ ਨਿਜ ਦੇਸ। ਉਹ ਪਿੱਛੋਂ ਕਹਿੰਦੇ ਹੀ ਰਹਿ ਗਏ ਉਹ ਲੈ ਗਿਆ, ਲੈ ਗਿਆ। ਉਹ ਕਹਿੰਦੇ ਕੀ ਲੈ ਗਿਆ, ਦੱਸ ਤਾਂ ਸਹੀ। ਉਹ ਕਹਿੰਦਾ ਉਹ ਲੈ ਗਿਆ, ਲੈ ਗਿਆ। ਉਹ ਕਹਿੰਦਾ ਕੀ, ਕਹਿੰਦਾ ਸ਼ਰਫੀਆਂ। ਉਹ ਹਾਲੇ ਪਿੱਛੇ ਹੀ ਕਰੀ ਜਾਣ ਤੇ ਭਾਈ ਸੁੱਖਾ ਸਿੰਘ ਨੇ ਮੂੰਹ ਕੀਤਾ ਆਪਣੇ ਵਤਨ ਨੂੰ, ਜਿੱਥੇ ਉਹਨਾਂ ਦਾ ਪੜਾਅ ਸੀ, ਉਸ ਪਾਸੇ ਨਿਕਲ ਗਏ। ਚੋਪਈ ਰੋਲਾ ਗੋਲਾ ਜਬ ਤੈਂ ਪਰਾ, ਜਿੰਨੇ ਨੂੰ ਰੌਲਾ ਗੋਲਾ ਬਾਜ਼ਾਰ 'ਚ ਪਿਆ, ਤਬ ਲੋ ਸਿੰਘ ਮਦ ਝਾੜੀ ਰਲਾ। ਇੰਨੇ ਨੂੰ ਤਾਂ ਭਾਈ ਸੁੱਖਾ ਸਿੰਘ ਜੀ ਜੰਗਲ 'ਚ ਜਾ ਕੇ ਹਰਨ ਭਰਨ ਹੋ ਗਏ। ਹੁਣ ਜੰਗਲਾਂ ਦੇ ਬਾਦਸ਼ਾਹ ਸਨ ਸਿੰਘ, ਉੱਥੇ ਕਿੱਥੇ ਪਹੁੰਚ ਸਕਦੇ ਸੀ ਜਿੱਥੇ ਸਿੰਘ ਪਹੁੰਚ ਜਾਂਦੇ ਸਨ। ਇੱਕ ਜੰਗਲ ਦੇ ਵਿੱਚ ਹੀ ਜਾ ਕੇ ਹਰਨ ਭਰਨ ਹੋ ਗਏ। ਤੁਰਕ ਫੌਜ ਕਿਤ ਮਗਰੋਂ ਦੋਰੀ, ਤੁਰਕਾਂ ਦੀ ਫੌਜ ਕੁਝ ਦੌੜੀ, ਉਹਨਾਂ ਨੇ ਪਿੱਛਾ ਕੀਤਾ। ਸੋ ਲੰਘ ਗਇਓ ਤਰਫ ਕਿਤੇ ਔਰੀ, ਉਹ ਹੋਰ ਹੀ ਬੰਨੇ ਲੱਭੀ ਜਾਣ। ਭਾਈ ਸੁੱਖਾ ਸਿੰਘ ਜੀ ਕਿਤੇ ਹੋਰ ਹੀ ਪਾਸੇ ਜਾ ਨਿਕਲੇ। ਜਾਏ ਰਲਿਓ ਸਿੰਘਨ ਦਲ ਮਾਹੀ, ਬਾਬਾ ਸ਼ਾਮ ਸਿੰਘ ਜੀ ਦੇ ਦਲ ਵਿੱਚ ਬਾਬਾ ਸੁੱਖਾ ਸਿੰਘ ਜੀ ਜਾ ਪਹੁੰਚੇ। ਜਾ ਕੇ ਖਾਲਸੇ ਨੂੰ ਫਤਿਹ ਗਜਾਈ। ਮੁੱਲ ਘੋੜੀ ਕੋ ਦੈ ਤੁਰਤ ਤਾਈ, ਉਸੇ ਵੇਲੇ ਸਭ ਤੋਂ ਪਹਿਲਾਂ ਘੋੜੀ ਦਾ ਜਿੰਨਾ ਮੁੱਲ ਸੀ ਉਹਦੇ ਤੋਂ ਵੱਧ ਪੈਸੇ ਉਹ ਆਪਣੇ ਪਿੰਡ ਦੇ ਪੰਚ ਕੋਲ ਭੇਜੇ। ਤੀਨਕ ਸੈ ਦਿਓ ਰੁਪਇਓ ਲਾਏ, ਕਹਿੰਦੇ 300 ਰੁਪਈਆ ਜਿਹੜਾ ਮੁੱਲ ਸੀ ਉਸ ਵੇਲੇ ਬਹੁਤ ਹੁੰਦਾ ਸੀ, ਉਹ ਘੋੜੀ ਦਾ ਪਾਇਆ। ਲਈ ਚੌਧਰੀ ਸੋ ਬਾਤ ਬਣਾਏ, ਤੇ ਚੌਧਰੀ ਨਾਲ ਵੀ ਗੱਲ ਬਣ ਗਈ। ਉਹ ਵੀ ਖੁਸ਼ ਹੋ ਗਿਆ ਵੀ ਉਹਨੇ ਦੀ ਘੋੜੀ ਨਹੀਂ ਜਿੰਨੀ ਮਾਇਆ ਆ ਗਈ ਹੈ। ਸੁੱਖਾ ਸਿੰਘ ਨੇ ਵੇਖੋ ਨੀਤੀ ਵੀ ਪਿੰਡ ਦਾ ਪੰਚ ਹੈ, ਕਦੇ ਪਿੰਡ 'ਚ ਜਾਣਾ ਆਉਣਾ ਹੁੰਦਾ, ਸਾਥ ਦੇਗਾ। ਉਹਦੇ ਨਾਲ ਪੂਰੀ ਮਿੱਤਰਤਾ ਬਣਾ ਲਈ ਵੀ ਪਹਿਲਾਂ ਤਾਂ ਵਿਰੋਧੀ ਬਣ ਗਿਆ ਸੀ ਵੀ ਹੁਣ ਫੜਾਏਗਾ, ਪਹਿਲਾਂ ਹੁਣ ਮਿੱਤਰ ਬਣਾ ਲਿਆ। ਮਾਇਆ ਦਾ ਗੱਫਾ ਦੇ ਦਿੱਤਾ। ਇਹ ਤੇਲ ਤਮਾ ਜਾਕੋ ਮਿਲਾ ਤੁਰਤ ਨਰਮ ਹੋ ਜਾਏ। ਤੇਲ ਦਾ ਤਮਾ ਮਿਲ ਜਾ ਕਹਿੰਦੇ ਨਾਲ ਹੀ ਨਰਮ ਹੋ ਜਾਂਦਾ। ਉਹ ਪੰਚ ਨੂੰ ਮਾਇਆ ਦਿਸੀ, ਉਹਨੇ ਮਿੱਤਰਤਾ ਬਣਾ ਲਈ ਸੁੱਖਾ ਸਿੰਘ ਨਾਲ। ਔਰ ਸਿੰਘਨ ਕੇ ਲੰਗਰ ਪਾਈ, ਬਾਕੀ ਮਾਇਆ ਬਾਬੇ ਸ਼ਾਮ ਸਿੰਘ ਦੇ ਲੰਗਰਾਂ ਵਿੱਚ ਜਿਹੜਾ ਪੰਥ ਦਾ ਲੰਗਰ ਚੱਲਦਾ ਸੀ ਉਸ ਲੰਗਰ ਦੇ ਵਿੱਚ ਮਾਇਆ ਪਾ ਦਿੱਤੀ। ਕਲੀ ਨਾ ਕਰ ਜਾਏ ਥੇ ਪਿਤ ਮਾਈ, ਉਹਦੇ ਵਿੱਚੋਂ ਮਾਇਆ ਘਰ ਨਹੀਂ ਭੇਜੀ ਜਿੱਥੇ ਮਾਂ ਪਿਓ ਸੀ। ਆਖਿਆ ਇਹੋ ਜਿਹੇ ਮਾਂ ਪਿਓ ਦਾ ਨਹੀਂ ਸਾਰ ਲੈਣੀ ਜਿਨ੍ਹਾਂ ਨੇ ਮੇਰੀ ਸਿੱਖੀ ਮੇਰੇ ਤੋਂ ਖੋਣੀ ਚਾਹੀ ਹੈ, ਕੇਸ ਕਤਲ ਕੀਤੇ ਹੈ, ਉਹਨਾਂ ਦੀ ਖਬਰ ਨਹੀਂ ਲਈ, ਉਹਨਾਂ ਨੂੰ ਮਾਇਆ ਨਹੀਂ ਭੇਜੀ। ਇਸੀ ਭਾਂਤ ਸਿੰਘ ਨਿਤ ਤੈਂ ਦੌੜੈ, ਏਦਾਂ ਭਾਈ ਸੁੱਖਾ ਸਿੰਘ ਦੀ ਇੱਕ ਦਲੇਰੀ ਨਹੀਂ ਸੀ, ਏਦਾਂ ਦੀਆਂ ਕਈ ਦਲੇਰੀਆਂ ਸੀ। ਕੱਲੇ ਹੀ ਜਾ ਪਹੁੰਚਦੇ ਸੀ। 150 ਵੈਰੀਆਂ ਦਾ ਜਥਾ ਆਉਣਾ, ਉਹਦੇ ਚ ਕੱਲਿਆਂ ਨੇ ਜਾ ਕੇ ਹੱਲਾ ਕਰਨਾ ਤੇ ਲੁੱਟਮਾਰ ਕਰਕੇ ਲੈ ਆਉਣੀ। ਇਹੋ ਜਿਹਾ ਯੋਧਾ ਸੀ ਭਾਈ ਸੁੱਖਾ ਸਿੰਘ। ਲੁੱਟ ਸੋਂ ਲਿਆਵੇਂ ਮਾਲ ਚੁਫੇਰੇ, ਚਾਰੇ ਪਾਸਿਓਂ ਕਿਤੇ ਨਾ ਕਿਤੋਂ ਲੁੱਟ ਮਾਰ ਕਰਕੇ ਨੂੰ ਖਾਲਸਾ ਸ਼ੇਰ ਪੰਜਾ ਕਹਿੰਦਾ। ਸ਼ੇਰ ਪੰਜਾ ਮਾਰ ਕੇ ਸੱਜੇ ਖੱਬਿਓਂ ਲੈ ਆਉਂਦੇ ਐ। ਬਹੁਤ ਸਿੰਘ ਚਿਤ ਭਇਓ ਉਛਾਹੇ, ਸਾਰੇ ਸਿੰਘਾਂ ਦੇ ਮਨਾਂ 'ਚ ਬੜੀ ਖੁਸ਼ੀ। ਸੁੱਖਾ ਸਿੰਘ ਨਾਲ ਬੜਾ ਪ੍ਰੇਮ ਪੈ ਗਿਆ ਵੀ ਬੜਾ ਯੋਧਾ ਹੈ ਬੰਦਾ ਇਹ ਤਾਂ।
ਬੜਾ ਦਲੇਰ ਹੈ, ਇਹਦੇ ਨਾਲ ਸਾਰੇ ਸਿੰਘਾਂ ਦਾ ਪ੍ਰੇਮ ਪੈ ਗਿਆ। ਉਸ ਮਾਰ ਹਟਾਵੇਂ ਜੋ ਗੈਲੇ ਪਾਹੇ। ਸੁੱਖਾ ਸਿੰਘ ਨਾਲ ਹੋਰ ਸਿੰਘ ਵੀ ਜਾਣ ਲੱਗ ਪਏ, ਜਿਹੜਾ ਪਿੱਛੇ ਆਵੇ ਉਹਨੂੰ ਮਾਰ ਕੇ ਹਟਾ ਦਿੰਦੇ। ਸਭ ਸ਼ਸਤਰਨ ਕੀ ਵਿਦਿਆ ਜਾਣੇ। ਭਾਈ ਸੁੱਖਾ ਸਿੰਘ ਜੀ ਹਰ ਤਰ੍ਹਾਂ ਦਾ ਸ਼ਸਤਰ ਤੇ ਅਸਤਰ ਚਲਾਣਾ ਜਾਣਦੇ, ਵਿਦਿਆ ਸਿੱਖ ਲਈ ਸਾਰੀ ਦਿਨਾਂ ਵਿੱਚ ਹੀ। ਹਰ ਤਰ੍ਹਾਂ ਦਾ ਸ਼ਸਤਰ ਤੇ ਅਸਤਰ ਚਲਾ ਲੈਂਦੇ। ਹੱਥ ਪਾਏ ਉਸ ਬਹੁਤ ਸਤਾਣੇ। ਜਿਹੜਾ ਉਹਨੂੰ ਹੱਥ ਪਾ ਲੈਂਦਾ ਸੀ, ਬਸ ਫਿਰ ਤਾਂ ਉਹ ਇਹ ਸੋਚਦਾ ਸੀ ਵੀ ਅਸੀਂ ਸੁੱਖਾ ਸਿੰਘ ਨੂੰ ਹੱਥ ਪਾਇਆ ਕਿਉਂ, ਮਲੇਛ ਵੀ ਡਰਦੇ ਸੀ। ਤੇ ਸੁੱਖਾ ਸਿੰਘ ਜਿਹਨੂੰ ਕਿਤੇ ਹੱਥ ਪਾ ਲੈਂਦਾ ਸੀ, ਇੰਨਾ ਤਾਣ ਸੀ ਇਹਦੀਆਂ ਬਾਹਾਂ 'ਚ, ਉਹ ਇਹਦੇ ਕੋਲੋਂ ਬਚ ਨਹੀਂ ਸੀ ਸਕਦਾ। ਚੜ ਘੋੜੀ ਤੇ ਜੋ ਲੁੱਟ ਲਿਆਵੇਂ। ਘੋੜੀ ਕੋਲ ਸੀ ਸੁੱਖਾ ਸਿੰਘ ਦੇ ਕੋਲ, ਜਿਹੜੀ ਘੋੜੀ ਤੇ ਸਵਾਰ ਹੋ ਕੇ ਜਾਣਾ, ਲੁੱਟ ਮਾਰ ਕਰਕੇ ਲਿਆਉਣੀ। ਤੁਰਤ ਖਾਲਸੇ ਲੰਗਰ ਪਾਵੇਂ। ਆਪਣੀ ਜੇਬ 'ਚ ਨਹੀਂ ਸੀ ਰੱਖਦੇ, ਜੋ ਲਿਆਉਣਾ ਸਭ ਕੁਝ ਲਿਆ ਕੇ ਲੰਗਰਾਂ 'ਚ ਪਾ ਦੇਣਾ। ਲੰਗਰਾਂ 'ਚ ਲੰਗਰ ਵੀ ਤੇ ਚਲਾਣੇ ਸੀ ਨਾ, ਤੋ ਲਿਆ ਕੇ ਲੰਗਰਾਂ ਦੇ ਵਿੱਚ ਉਹ ਸਾਰੀ ਮਾਇਆ ਪਾ ਦੇਣੀ। ਦੋਹਰਾ ਜਹਾਂ ਜੁੱਧ ਤੁਰਕਨ ਪਰੇ, ਪਰੇ ਸ਼ੇਰ ਜਿਮ ਜਾਏ। ਜਿੱਥੇ ਕਿਤੇ ਤੁਰਕਾਂ ਨਾਲ ਮੁੱਠ ਭੇੜ ਹੁੰਦੀ ਹੈ ਖਾਲਸੇ ਦੀ, ਭਾਈ ਸੁੱਖਾ ਸਿੰਘ ਬੱਬਰ ਸ਼ੇਰ ਵਾਂਗੂ ਝਪਟ ਮਾਰ ਕੇ ਤੁਰਕਾਂ ਤੇ ਪੈਂਦੇ। ਇੱਕ ਦੋ ਸ਼ਸਤਰ ਲਾਏ ਕੈ ਰਲੇ ਖਾਲਸੇ ਆਏ। 150 ਤੁਰਕਾਂ ਦੇ ਉੱਤੇ ਕੱਲੇ ਹੀ ਜਾ ਪੈਂਦੇ, ਉਹਨਾਂ ਵਿੱਚੋਂ 5-7 ਨੂੰ ਝਟਕ ਕੇ ਮੁੜ ਕੇ ਫੇਰ ਖਾਲਸੇ ਵਿੱਚ ਆ ਰਲਦੇ। ਚੋਪਈ ਰਾਮ ਜੰਗਾ ਸਿੰਘ ਖੂਬ ਚਲਾਵੇਂ। ਰਾਮ ਜੰਗਾ ਛੋਟੀ ਬੰਦੂਕ, ਉਹਨੂੰ ਰਾਮ ਜੰਗਾ ਕਹਿੰਦੇ ਆ ਖਾਲਸੇ ਦੇ ਬੋਲੇ 'ਚ। ਕਹਿੰਦੇ ਰਾਮ ਜੰਗਾ ਚਲਾਣਾ ਖੂਬ ਜਾਣਦੇ ਨੇ ਭਾਈ ਸੁੱਖਾ ਸਿੰਘ। ਰਾਮ ਜੰਗਾ, ਵੱਡਾ ਰਾਮ ਜੰਗਾ, ਛੋਟਾ ਰਾਮ ਜੰਗਾ। ਛੋਟਾ ਰਾਮ ਜੰਗਾ ਰਿਵਾਲਵਰ, ਪਿਸਟਲ ਵਗੈਰਾ ਨੂੰ, ਤਮੰਚੇ ਨੂੰ ਛੋਟਾ ਰਾਮ ਜੰਗਾ ਕਹਿ ਦਿੰਦੇ ਆ। ਕਰਾਬੀਨ ਵਗੈਰਾ ਬੰਦੂਕਾਂ ਹੁੰਦੀਆਂ, ਉਹਨਾਂ ਨੂੰ ਵੱਡਾ ਰਾਮ ਜੰਗਾ ਕਹਿ ਦਿੰਦੇ ਆ। ਕਹਿੰਦੇ ਸੁੱਖਾ ਸਿੰਘ ਰਾਮ ਜੰਗਾ ਵੀ ਖੂਬ ਚਲਾਣਾ ਜਾਣਦੇ। ਹਾਂਜੀ, ਤੀਰ ਮਾਰ ਮਾਰ ਘੋੜੇ ਗਿਰਾਵੇਂ। ਤੇ ਤੀਰ ਚਲਾਣ ਦੀ ਵਿਦਿਆ ਵਿੱਚ ਵੀ ਨਿਪੁੰਨ। ਤੀਰ ਇਹੋ ਜਿਹਾ ਚਲਾਉਂਦੇ ਮਾਰ ਕੇ ਕਿ ਘੋੜੇ ਵੀ ਮਾਰ ਕੇ ਸੁੱਟ ਦਿੰਦੇ, ਇਹੋ ਜਿਹਾ ਤੀਰ ਚਲਾਉਂਦੇ ਸਨ। ਨੇਜਾ ਸੇਲਾ ਬਰਛੀ ਤੇਗ। ਨੇਜਾ ਚਲਾਉਣਾ, ਸੇਲ ਚਲਾਉਣੀ, ਬਰਛੀ ਚਲਾਉਣੀ, ਤੇਗ ਚਲਾਉਣੀ। ਮਾਰ ਉਡਾਵੇ ਪ੍ਰਾਣਨ ਬੇਗ। ਬਸ ਜਿਹਦੇ ਤੇ ਆਪਣਾ ਜਿਹੜਾ ਸ਼ਸਤਰ ਚਲਾ ਦਿੰਦੇ ਭਾਈ ਸੁੱਖਾ ਸਿੰਘ, ਉਹਦੇ ਪ੍ਰਾਣ ਕੱਢ ਲਿਆ ਕਰਦੇ, ਉਹਦੇ ਪ੍ਰਾਣ ਉਡਨ ਪੰਖੇਰੂ ਕਰ ਲੈਂਦੇ। ਸੁੱਖਾ ਸਿੰਘ ਕੀ ਇਮ ਚਰਚਾ ਪਈ। ਭਾਈ ਸੁੱਖਾ ਸਿੰਘ ਦੀ ਚਰਚਾ ਹੁਣ ਸਾਰੇ ਪੰਥ 'ਚ ਹੋਣ ਲੱਗ ਪਈ। ਯੋਧੇ ਬੰਦਿਆਂ ਦਾ ਜ਼ਿਕਰ ਹੋਣ ਲੱਗ ਪੈਂਦਾ ਵੀ ਪੰਥ ਵਿੱਚ ਇਹੋ ਜਿਹਾ ਯੋਧਾ ਆਇਆ ਸ਼ਾਮਲ, ਨਵੀਂ ਭਰਤੀ ਹੈ। ਸਾਰੇ ਸਿੰਘਾਂ 'ਚ ਜਿੱਥੇ ਨਵਾਬ ਕਪੂਰ ਸਿੰਘ ਹੋਣਾ ਪਾਸ, ਜੱਸਾ ਸਿੰਘ ਆਹਲੂਵਾਲੀਆ ਸਾਹਿਬ ਵਾਲੇ ਪਾਸੇ, ਸਾਰੇ ਸਿੰਘਾਂ ਵਿੱਚ ਸੁੱਖਾ ਸਿੰਘ ਦਾ ਚਰਚਾ ਹੋਣ ਲੱਗ ਪਿਆ ਕਿ ਬੜਾ ਦਲੇਰ ਹੈ, ਬੜਾ ਯੋਧਾ ਹੈ। ਇਹਦਾ ਸੁੱਖਾ ਸਿੰਘ ਦਾ ਚਰਚਾ ਹੋਣ ਲੱਗਾ। ਸੂਰਨ ਕੇ ਸਿਰ ਮੋਰ ਗਿਨਈ। ਜਦੋਂ ਸੂਰਮਿਆਂ ਦੀ ਗੱਲ ਹੁੰਦੀ ਵੀ ਪੰਥ 'ਚ ਸੂਰਮੇ ਕਿਹੜੇ ਕਿਹੜੇ ਨੇ, ਤਾਂ ਉਹਨਾਂ ਸੂਰਮਿਆਂ ਵਿੱਚ ਸੁੱਖਾ ਸਿੰਘ ਨੂੰ ਸਭ ਤੋਂ ਪਹਿਲਾਂ ਗਿਣਦੇ ਸਨ। ਵੈਸੇ ਤਾਂ ਪੰਥ ਵਿੱਚ ਇੱਕ ਦੂ ਇੱਕ ਚੜ੍ਹੰਦੀਆਂ ਨੇ, ਇੱਕ ਤੇ ਨਿਗਾਹ ਮਾਰੋ ਤੇ ਸੋਚਦੇ ਆ ਵੀ ਇਹਦੇ ਤੋਂ ਵੱਡਾ ਸੂਰਮਾ ਨਹੀਂ ਹੋਣਾ। ਅੱਗੇ ਕਿਸੇ ਦੂਜੇ ਸੂਰਮੇ ਵੱਲ ਵੇਖ ਲਈਏ, ਕਹਿੰਦੇ ਇਹਦੇ ਤੋਂ ਵੱਡਾ ਨਹੀਂ ਹੋਣਾ। ਤੀਜੇ ਵੱਲ ਵੇਖ ਲਈਏ ਤਾਂ ਕਹਿੰਦੇ ਇਹਦੇ ਤੋਂ ਵੱਡਾ ਨਹੀਂ ਹੋਣਾ। ਪੰਥ 'ਚ ਇੱਕ ਦੂ ਇੱਕ ਚੜ੍ਹੰਦੀਆਂ ਨੇ। ਜਦੋਂ ਸੂਰਮਿਆਂ ਦੀ ਗਾਥਾ ਦੀ ਬਾਤ ਹੁੰਦੀ, ਸੂਰਮਿਆਂ ਦੀ ਚਰਚਾ ਚੱਲਦੀ ਹੈ, ਤਾਂ ਉਹਦੇ ਵਿੱਚ ਸਿਰਮੌਰ ਸੂਰਮਾ ਭਾਈ ਸੁੱਖਾ ਸਿੰਘ ਨੂੰ ਗਿਣਿਆ ਜਾਂਦਾ ਹੈ। ਜੰਗ ਜੁੜੇ ਜੈ ਫਤਿਹ ਲਿਆਵੇਂ। ਜਿੱਥੇ ਵੀ ਜੰਗ ਜੁੜਦਾ ਹੈ, ਭਾਵ ਜਿੱਥੇ ਵੀ ਜੰਗ ਹੁੰਦਾ ਹੈ, ਸੁੱਖਾ ਸਿੰਘ ਜੀ ਨੇ ਜਿੱਥੇ ਜਿੱਥੇ ਵੀ ਜੰਗ ਲੜੇ ਨੇ, ਉੱਥੋਂ ਹਾਰ ਕੇ ਨਹੀਂ ਆਏ, ਉੱਥੋਂ ਫਤਿਹ ਪ੍ਰਾਪਤ ਕਰਕੇ ਆਏ ਨੇ, ਉਹ ਜੰਗ ਜਿੱਤੇ ਨੇ। ਦੀਵਾਨ ਖਾਲਸੇ ਮੈਂ ਆਦਰ ਪਾਵੇਂ। ਜਦੋਂ ਖਾਲਸੇ ਦਾ ਦੀਵਾਨ ਸਜਦਾ ਹੈ, ਤਾਂ ਸਜੇ ਹੋਏ ਦੀਵਾਨ ਵਿੱਚ ਸੁੱਖਾ ਸਿੰਘ ਦਾ ਆਦਰ ਹੁੰਦਾ ਹੈ। ਜਦੋਂ ਪੰਥ ਦਾ ਦੀਵਾਨ ਸਜਿਆ ਹੁੰਦਾ ਨਾ, ਮਜਲਿਸ, ਜਦੋਂ ਸੁੱਖਾ ਸਿੰਘ ਜੀ ਆਉਂਦੇ, ਉਹਨਾਂ ਨੂੰ ਆਦਰ ਨਾਲ, ਆਓ ਸੁੱਖਾ ਸਿੰਘ ਜੀ ਆਓ ਬੈਠੋ। ਸਾਰੇ ਪੰਥ ਦੇ ਜਰਨੈਲ ਸੁੱਖਾ ਸਿੰਘ ਦਾ ਆਦਰ ਕਰਦੇ ਹਨ। ਲਗੇ ਦੀਵਾਨ
ਤੈ ਪੱਖਾ ਤੇ ਫੇਰੈ। ਸੁੱਖਾ ਸਿੰਘ ਨੂੰ ਆਦਰ ਮਿਲਦਾ ਤੇ ਉਹ ਹੰਕਾਰੀ ਨਹੀਂ ਹੁੰਦੇ। ਉਹ ਕੀ ਕਰਦੇ, ਕਹਿੰਦੇ ਖਾਲਸਾ ਜੀ ਮੈਂ ਪੱਖਾ ਝੱਲ ਲਵਾਂ। ਕਹਿੰਦੇ ਬੈਠ ਜਾ। ਉਹ ਕਹਿੰਦੇ ਨਹੀਂ, ਸੇਵਾ ਕਿੱਥੇ ਮਿਲਦੀ ਹੈ? ਪੱਖਾ ਲੈ ਕੇ ਦੀਵਾਨ ਸਜੇ ਵਿੱਚ ਪੰਥ ਨੂੰ ਪੱਖਾ ਝੱਲਣ ਦੀ ਸੇਵਾ ਕਰਨੀ। ਕੱਲਾ ਸੂਰਮਾ ਹੀ ਨਹੀਂ ਸੀ ਸੁੱਖਾ ਸਿੰਘ, ਸੇਵਾਦਾਰ ਵੀ ਸੀ ਪੰਥ ਦਾ। ਸੇਵਾ ਕੀਤੇ ਬਿਨਾਂ ਸਮਝ ਹੀ ਨਹੀਂ ਆ ਸਕਦੀ। ਆ ਜਦੋਂ ਦੀ ਸੇਵਾ ਛੱਡ ਦਿੱਤੀ ਹੈ, ਸਾਡੇ ਬੱਚੇ ਜੋੜਿਆਂ ਘਰਾਂ ਵਿੱਚ ਜਾਂ ਝੂਠੇ ਬਰਤਨ ਮਾਂਜਣਾ ਵਾਲੇ ਪਾਸੇ ਉਧਰ ਨਹੀਂ ਜਾ ਰਹੇ। ਉਦੋਂ ਦੇ ਤਰਕ ਕੁਤਰਕ ਜੇ ਸ਼ੰਕੇ ਸ਼ੁੰਕੇ ਜੇ ਵਧੀ ਜਾਂਦੇ ਆ। ਸੇਵਾ ਕਰਦਿਆਂ ਕਰਦਿਆਂ ਸਮਾਤ ਹੁੰਦੀ ਹੈ ਸਹਿਜੇ ਸਹਿਜੇ। ਇਸ ਕਰਕੇ ਪੁਰਾਤਨ ਸਮਿਆਂ 'ਚ ਜੇ ਕਿਸੇ ਨੇ ਅੰਮ੍ਰਿਤ ਛਕਣਾ ਉਹਨਾਂ ਨੂੰ ਕਹਿੰਦੇ ਪਹਿਲਾਂ ਚੱਲ ਜੋੜੇ ਘਰ ਜੋੜੇ ਝਾੜ, ਭਾਂਡੇ ਮਾਂਜ, ਬਾਟੇ ਮਾਂਜਿਆ ਕਰ। ਉਹਦੇ ਕੋਲ 6 ਮਹੀਨੇ ਸਾਲ 2 ਸਾਲ ਬਾਟੇ ਮਜਾਉਣੇ, ਸੇਵਾ ਕਰਨੀ ਉਹਨੇ, ਤੇ ਸੇਵਾ ਤੋਂ ਬਾਅਦ ਫਿਰ ਉਹਨੂੰ ਕਹਿਣਾ ਵੀ ਆ ਹੁਣ ਅੰਮ੍ਰਿਤ ਛਕ ਲੈ। ਇਹ ਤਰੀਕਾ ਹੁੰਦਾ ਸੀ, ਇੱਕ ਵਿਧੀ ਵਿਧਾਨ ਸੀ। ਤੋ ਭਾਈ ਸੁੱਖਾ ਸਿੰਘ ਜੀ ਏਡੇ ਵੱਡੇ ਜਰਨੈਲ ਨੇ, ਫਿਰ ਵੀ ਸੇਵਾ ਕਰਦੇ ਨੇ, ਪੱਖਾ ਝੱਲਣ ਦੀ ਸੇਵਾ ਕਰਦੇ। ਦੁਬਾਰਾ ਪੜ੍ਹੀਏ ਜੀ। ਲਗੇ ਦੀਵਾਨ ਤੈ ਪੱਖਾ ਫੇਰੈ। ਜਦੋਂ ਦੀਵਾਨ ਸਜਦਾ ਉਦੋਂ ਸੁੱਖਾ ਸਿੰਘ ਜੀ ਪੱਖਾ ਝੱਲਦੇ ਹਨ। ਅੰਗੀਠਨ ਕੋ ਸਮਦਾ ਲਿਆ ਗੇਰੈ। ਜਦੋਂ ਅੰਗੀਠਾ ਬਲਦਾ, ਯਾਨੀ ਕਿ ਲੰਗਰ ਦੇ ਵਿੱਚ ਅੱਗ ਬਲਦੀ ਹੈ, ਜਾਂ ਸਿੰਘਾਂ ਵਾਸਤੇ ਸਰਦੀਆਂ ਦੇ ਦਿਨਾਂ 'ਚ ਅੰਗੀਠੀਆਂ ਬਲਦੀਆਂ ਨੇ, ਚੰਡਾ ਪ੍ਰਗਟ ਕਰਨਾ ਕਹਿੰਦੇ ਖਾਲਸੇ ਦੇ ਬੋਲੇ 'ਚ, ਵੀ ਚੰਡਾ ਲਾ ਲੈਣਾ, ਵੀ ਚੰਡਾ ਪ੍ਰਗਟ ਕਰਨਾ। ਉਹ ਜਦੋਂ ਚੰਡਾ ਪ੍ਰਗਟ ਕਰਨ ਵਾਸਤੇ ਲੱਕੜਾਂ ਚਾਹੀਦੀਆਂ ਸਮਝਦਾ, ਉਹ ਵੀ ਭਾਈ ਸੁੱਖਾ ਸਿੰਘ ਜੀ ਉਹ ਜੰਗਲ ਦੇ ਵਿੱਚੋਂ ਕੱਟ ਕੇ ਲੈ ਆਉਂਦੇ ਐ। ਕਿਉਂਕਿ ਤਰਖਾਣਾਂ ਦੇ ਪਰਿਵਾਰਾਂ 'ਚੋਂ ਸਾਨੇ ਜੁਗਤ ਤਾਂ ਉਹਨਾਂ ਨੂੰ ਸੁੱਤੇ ਸਿੱਧ ਆਉਂਦੀ ਸੀ, ਲੱਕੜਾਂ ਕੱਟਣੀਆਂ ਚੀਰਨੀਆਂ, ਉਹ ਸੇਵਾ ਵੀ ਕਰਦੇ। ਪਿਆਸਨ ਖਾਤਰ ਮਸ਼ਕ ਉਠਾਵੇ। ਜਦੋਂ ਪਿਆਸ ਲੱਗੀ ਹੋਣੀ ਪੰਥ ਨੂੰ ਤੇ ਮਸ਼ਕ ਲੈ ਆਉਣੀ ਪਾਣੀ ਦੀ ਭਰ ਕੇ, ਸਾਰੇ ਸਿੰਘਾਂ ਨੂੰ ਜਲ ਪਿਲਾਉਣ ਦੀ ਸੇਵਾ ਉਹ ਵੀ ਭਾਈ ਸੁੱਖਾ ਸਿੰਘ ਜੀ ਕਰਦੇ। ਭੁੱਖਿਆਂ ਖਾਤਰ ਰਿਜਕ ਲਿਆਵੇ। ਜੇ ਕੜਾਕੇ ਹੋਣੇ, ਲੰਗਰ ਨਾ ਮਸਤਾਨਾ ਹੋਣਾ, ਸੁੱਖਾ ਸਿੰਘ ਨੇ ਯਤਨ ਕਰਨਾ ਵੀ ਕਿਸੇ ਤਰੀਕੇ ਕਿਧਰੋਂ ਰਸਤ ਬਸਤ ਲਿਆਈਏ। ਲੰਗਰਾਂ ਵਿੱਚ ਲਿਆ ਕੇ ਕਿਤੋਂ ਆਟਾ ਲੈ ਆਉਣਾ ਹੱਲਾ ਕਰਕੇ, ਕਿਤੋਂ ਜਾ ਕੇ ਚਾਵਲ ਲੈ ਆਉਣੇ। ਏਦਾਂ ਜੇ ਕਿਤੋਂ ਮਾਇਆ ਮਿਲਣੀ, ਮਾਇਆ ਦੀ ਰਸਤ ਬਸਤ ਲਿਆ ਕੇ ਉਹ ਲੰਗਰ ਵਿੱਚ ਲਿਆ ਕੇ ਲੰਗਰਾਂ 'ਚ ਪਾਉਣੀ। ਥਕੇ ਸਿੰਘ ਕੀ ਚਾਪੀ ਕਰੈ। ਬਲਿਆਰ ਜਾਈਏ ਸੁੱਖਾ ਸਿੰਘ ਤੋਂ। ਆਪ ਸਾਰਾ ਦਿਨ ਸੇਵਾ ਟਹਿਲ ਕਰਦੇ, ਆਪਣਾ ਥਕੇਵਾ ਨਹੀਂ ਮੰਨਦੇ। ਜਿਹੜੇ ਸਿੰਘ ਕਿਤੇ ਥੱਕੇ ਹੋਣੇ, ਉਹਨਾਂ ਸਿੰਘਾਂ ਦੇ ਚਰਨ ਘੁੱਟਣੇ, ਰਾਤ ਨੂੰ ਬਹਿ ਜਾਣਾ ਚਰਨਾਂ 'ਚ, ਉਹਨਾਂ ਦੇ ਚਰਨ ਘੁੱਟਣੇ, ਲੱਤਾਂ ਘੁੱਟੜੀਆਂ। ਉਹ ਮੁੱਠੀ ਚਾਪੀ ਦੀ ਸੇਵਾ ਜਿਹੜੀ ਹੈ ਉਹ ਭਾਈ ਸੁੱਖਾ ਸਿੰਘ ਜੀ ਬੜੇ ਪਿਆਰ ਨਾਲ, ਰੀਝ ਨਾਲ ਕਰਦੇ। ਇਸ਼ਨਾਨ ਕਰਾਵੇ ਬਹੁ ਜਲ ਭਰੈ। ਫਿਰ ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਸਾਰਿਆਂ ਤੋਂ ਪਹਿਲਾਂ ਉੱਠ ਜਾਂਦੇ, ਸਿੰਘਾਂ ਦੇ ਇਸ਼ਨਾਨ ਵਾਸਤੇ ਜਲ ਭਰ ਕੇ ਲਿਆਉਣਾ। ਵੱਡੇ ਵੱਡੇ ਜਲ ਦੇ ਵਰਟੋਏ ਭਰ ਦੇਣੇ ਸਿੰਘਾਂ ਦੇ ਇਸ਼ਨਾਨ ਵਾਸਤੇ, ਜਲ ਦਾ ਉਹ ਪ੍ਰਬੰਧ ਕਰਕੇ ਫਿਰ ਉਹਨਾਂ ਨੂੰ ਜਲ ਨਾਲ ਇਸ਼ਨਾਨ ਵੀ ਕਰਾਉਂਦੇ। ਕੱਛ ਨਿਚੋੜੈ ਚਰਨ ਤੋਂ ਆਏ। ਇੱਥੇ ਹੀ ਬਸ ਨੇ ਸਿੰਘਾਂ ਦੇ ਬਸਤਰ ਧੋਣੇ, ਉਹਨਾਂ ਦੇ ਕਛਹਿਰੇ ਫੜ ਕੇ ਧੋਣੇ। ਲਿਆਓ ਸਿੰਘ ਜੀ ਮੈਂ ਸੇਵਾ ਕਰ ਦਿੰਦਾ। ਉਹਨਾਂ ਦੇ ਬਸਤਰ, ਉਹਨਾਂ ਦੇ ਕਛਹਿਰੇ ਤੱਕ ਵੀ ਭਾਈ ਸੁੱਖਾ ਸਿੰਘ ਨੇ ਧੋ ਕੇ ਨਿਚੋੜਨੇ। ਫੜ ਗੜਵੇ ਸਿੰਘ ਦਾਤਨ ਕਰਾਏ। ਕਈ ਸਿੰਘ ਦਾਤਣ ਕਰਦੇ ਸੀ ਤੇ ਗੜਵਾ ਜਲ ਦਾ ਲੈ ਲੈਣਾ ਭਾਈ ਸੁੱਖਾ ਸਿੰਘ ਨੇ, ਤੇ ਦਾਤਨ ਕਰਨ ਵਾਲਿਆਂ ਨੂੰ ਦਾਤਨ ਦਾ, ਉਹਨਾਂ ਨੇ ਦਾਤਨ ਕਰਨੀ, ਕੁਰਲਾ ਕਰਨ ਵੇਲੇ ਉਹਨਾਂ ਨੂੰ ਜਲ ਵਰਤਾਉਣਾ। ਵੇਖੋ ਕਿੰਨੀ ਸੇਵਾ ਭਾਈ ਸੁੱਖਾ ਸਿੰਘ ਜੀ ਪਿਆਰ ਨਾਲ, ਰੀਝ ਨਾਲ ਕਰਦੇ। ਜਰਨੈਲ ਵੀ ਨੇ, ਪੰਥ ਦੇ ਮਹਾਨ ਸਿਰ ਕੱਢ ਜਰਨੈਲ ਨੇ, ਪਰ ਸੇਵਾ ਨਹੀਂ ਛੱਡੀ। ਇਹ ਨਹੀਂ ਕਿ ਮੈਂ ਸੂਰਮਾ ਤੇ ਮੈਨੂੰ ਸੇਵਾ ਦੀ ਲੋੜ ਨਹੀਂ। ਸੇਵਾ ਜਿਹੜੀ ਆ ਉਹ ਸਮਰਪਿਤ ਹੋ ਕੇ, ਪੰਥ ਦੀ ਸੇਵਾ ਇਹ ਕਲਗੀਧਰ ਦਾ ਪੰਥ ਹੈ ਤੇ ਕਲਗੀਧਰ ਦਾ ਰੂਪ ਹੈ, ਇਹ ਸਮਝ ਕੇ ਸੇਵਾ ਕਰਦੇ। ਮੈਂ ਬਾਜਾਂ ਵਾਲੇ ਦੀ ਸੇਵਾ ਕਰ ਰਿਹਾ, ਬਾਜਾਂ ਵਾਲੇ ਨੂੰ ਦਾਤਨ ਕਰਾ ਰਿਹਾ, ਕੂੜਾ ਕਰਾ ਰਿਹਾ, ਇਸ਼ਨਾਨ ਕਰਾ ਰਿਹਾ। ਇਹੋ ਜੀ ਭਾਵਨਾ, ਗੜਵਾ ਫੜ ਕੇ ਜਲ ਦਾ ਦਾਤਨ ਕਰਨ ਵਾਲੇ ਸਿੰਘਾਂ ਨੂੰ ਦਾਤਨ ਕਰਾਉਣੀ। ਦੋਹਰਾ ਸ਼ਬਦ ਪੜੇ ਪੜ ਸਾਜ ਕੋ, ਬਾਣੀ ਮੁਖੋਂ ਉਚਾਰ। ਸਿੰਘਾਂ ਦੇ ਬੋਲੇ ਹੁੰਦੇ ਸਨ, ਉਹ ਪੰਜਾਂ ਨੇ ਵੱਡੀ, ਦਸਾਂ ਨੇ ਸਵਾਰੀ, ਏਦਾਂ ਬੜੇ ਬੜੇ ਬੋਲੇ ਦਾਤਣ ਦੇ ਬੋਲੇ ਸਨ। ਪੰਜਾਂ ਨੇ ਵੱਡੀ, ਦਸਾਂ ਨੇ ਸਵਾਰੀ, ਏਦਾਂ ਹੋਰ ਬੋਲੇ ਉਹ ਤੁਰਕਾਂ ਨੂੰ ਚੜਾਉਣ ਵਾਸਤੇ, ਮਲੇਛਾਂ ਨਾਲ ਜੰਗ ਯੁੱਧ ਹੁੰਦਾ ਸੀ।
ਤੋ ਉਦਾਂ ਦੇ ਬੋਲੇ ਖਾਲਸੇ ਨੇ ਬਣਾ ਲਏ। ਸੁੱਖਾ ਸਿੰਘ ਹੋਣੀ ਵੀ ਨਾਲ ਉਹ ਟ੍ਰੇਨਿੰਗ ਵੀ ਮਿਲੀ ਜਾਂਦੀ ਹੈ ਪੁਰਾਤਨ ਸਿੰਘਾਂ ਕੋਲੋਂ। ਫਿਰ ਸਾਜ਼ ਲੈ ਕੇ ਕੀਰਤਨ ਵੀ ਕਰਦੇ। ਅੰਮ੍ਰਿਤ ਵੇਲਾ ਹੋ ਜਾਣਾ ਇਸ਼ਨਾਨ ਤੋਂ ਬਾਅਦ, ਫਿਰ ਸਾਜ਼ ਲੈ ਕੇ, ਢੋਲਕੀ ਲੈ ਕੇ ਜਾਂ ਕੋਈ ਹੋਰ ਸਾਜ਼ ਲੈ ਕੇ ਬਾਣੀ ਮੁਖੋਂ ਉਚਾਰ ਕੇ ਕੀਰਤਨ ਕਰਦੇ ਭਾਈ ਸੁੱਖਾ ਸਿੰਘ ਜੀ। ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ। ਕਮਰ ਕਸਾ ਨਿਸ ਦਿਨ ਰਖੇ, ਲੜਨ ਕੁਲਨ ਕੋ ਤਿਆਰੇ। ਸੁੱਖਾ ਸਿੰਘ ਜੀ ਕਮਰ ਕੱਸਾ ਨਹੀਂ ਸੀ ਖੋਲਦੇ ਕਦੇ ਲੱਕ ਨਾਲੋਂ। ਕਮਰ ਕੱਸਾ ਹਮੇਸ਼ਾ ਲੱਕ ਨਾਲ ਲੱਗਾ ਰਹਿਣਾ, ਰਾਤ ਦਿਨ ਲੜਨ ਘੁਲਣ ਨੂੰ ਤਿਆਰ ਹੀ ਰਹਿੰਦੇ ਸੀ। ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਸਮੇਂ ਦਾ ਇੱਕ ਸਮਕਾਲੀ ਕਵੀ ਕਹਿੰਦਾ, ਉਹ ਕਹਿੰਦਾ ਹੈ ਸ਼ੇਰੇ ਪੰਜਾਬ ਨੂੰ ਵੇਖ ਕੇ, ਸਾਧ ਹੀ ਕਮਰ ਕਸੀ ਹਮ ਦੇਖੀ, ਸਾਧ ਹੀ ਕਮਰ ਕਸੀ ਹਮ ਦੇਖੀ, ਕਭੀ ਨਾ ਸੁਸਤੀ ਮੁਖ ਪਰ ਪੇਖੀ। ਕਹਿੰਦਾ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਲੱਕ ਹਮੇਸ਼ਾ ਕਮਰ ਕੱਸੇ ਨਾਲ ਕੱਸਿਆ ਰਹਿੰਦਾ ਸੀ, ਕਦੇ ਉਹਦੇ ਚਿਹਰੇ ਤੇ ਸੁਸਤੀ ਨਹੀਂ ਸੀ ਵੇਖੀ, ਤਿਆਰ ਬਰ ਤਿਆਰ ਰਹਿੰਦਾ ਸੀ। ਭਾਈ ਸੁੱਖਾ ਸਿੰਘ ਵੀ ਇਦਾਂ ਹੀ ਤਿਆਰ ਬਰ ਤਿਆਰ, ਕਮਰ ਕੱਸਾ ਰਾਤ ਦਿਨ ਲੱਗਾ ਰਹਿੰਦਾ ਸੀ, ਤਿਆਰ ਬਰ ਤਿਆਰ ਰਹਿੰਦੇ ਸਨ ਤੇ ਲੜਨ ਘੁਲਣ ਨੂੰ ਹਮੇਸ਼ਾ ਤਿਆਰ। ਮਾੜੀ ਜੀ ਕੰਨ 'ਚ ਆਵਾਜ਼ ਪੈਣੀ ਵੀ ਫਲਾਣੇ ਪਾਸੇ, ਹਾਲੇ ਦੂਜਿਆਂ ਨੇ ਤਿਆਰੀ ਕਰਦੇ ਹੋਣਾ, ਸੁੱਖਾ ਸਿੰਘ ਨੇ ਝੱਟ ਪਹਿਲਾਂ ਸਾਰਿਆਂ ਤੋਂ ਅੱਗੇ ਪਹੁੰਚ ਜਾਣਾ ਲੜਨ ਭਿੜਨ ਨੂੰ। ਏਦਾਂ ਤਿਆਰ ਬਰ ਤਿਆਰ ਰਹਿੰਦੇ ਸਨ। ਚੌਪਈ ਔਰ ਟਹਿਲ ਬੋ ਸਿੰਘਨ ਕਰੇ। ਹੋਰ ਵੀ ਬਹੁਤ ਸਾਰੀ ਟਹਿਲ, ਲੰਗਰ ਪਕਾਉਣ ਦੀ, ਵਰਤਾਉਣ ਦੀ, ਯਾਨੀ ਕਿ ਜਿੱਥੇ ਸੇਵਾ ਮਿਲ ਜੇ ਸੇਵਾ ਕਰ ਲੈਂਦੇ ਸੀ। ਇਹ ਨਹੀਂ ਸੀ ਸੁੱਖਾ ਸਿੰਘ ਨੇ ਕੋਈ ਸੇਵਾ ਪੱਕੀ ਫਿਕਸ ਕੀਤੀ ਹੋਈ ਸੀ ਵੀ ਮੈਂ 20 ਸਾਲਾਂ ਤੋਂ ਕਰਦਾ, ਮੈਂ ਨਹੀਂ ਛੱਡਣੀ। ਦੂਜਾ ਕੋਈ ਆਏ ਤੇ ਉਹਦੇ ਨਾਲ ਲੜਾਈ ਕਰਨੀ, ਝਗੜਾ ਕਰਨਾ, ਐਦਾਂ ਨਹੀਂ ਸੀ। ਸੇਵਾ ਕਿੰਨੀ ਹੈ, ਇੱਕ ਥਾਂ ਤੇ ਨਾਲ ਗੁਰੂ ਘਰ ਵਿੱਚ ਹੋਰ ਥੋੜੀਆਂ ਸੇਵਾਵਾਂ ਉੱਥੇ ਕਰ ਲੋ ਭਾਈ। ਤੇ ਤਾਂ ਲੜਾਈਆਂ ਕਰਦੇ ਆ, ਝਗੜੇ ਕਰਦੇ ਆ ਵੀ ਅਸੀਂ ਕਰਨੀਆਂ, ਦੂਜਾ ਕਿਉਂ ਕੋਈ ਕਰੇ ਭਾਈ। ਐਸਾ ਨਹੀਂ ਹੋਣਾ ਚਾਹੀਦਾ। ਗੁਰੂ ਕੀ ਸੇਵਾ ਸਮਰਪਣ ਭਾਵ ਨਾਲ ਹੋਣੀ। ਸੁੱਖਾ ਸਿੰਘ ਜੀ ਹੋਰ ਵੀ ਕਈ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਜਿੱਥੇ ਮਿਲ ਜੇ ਉਹ ਸੇਵਾ ਕਰਦੇ ਨੇ। ਦੰਗਿਓਂ ਫੰਗਿਓਂ ਵਹਿ ਨਹਿ ਡਰੈ, ਲੜਾਈ ਪੜਾਈ ਤੋਂ ਨਹੀਂ ਡਰਦੇ। ਮਾਤ ਪਿਤਾ ਤਿਸ ਆਵੇਂ ਤਾਈ। ਸੁੱਖਾ ਸਿੰਘ ਦੇ ਮਾਂ-ਬਾਪ ਕਈ ਵਾਰੀ ਆਉਂਦੇ ਸੁੱਖਾ ਸਿੰਘ ਨੂੰ ਮਿਲਣ। ਉਹ ਕਹਿੰਦੇ ਪੁੱਤਰਾ ਸਾਡੇ ਕੋਲੋਂ ਗਲਤੀ ਹੋ ਗਈ, ਘਰ ਚੱਲ, ਘਰ ਤਾਂ ਆਇਆ ਕਰ। ਉਹ ਕਈ ਵਾਰੀ ਆਉਂਦੇ। ਸਿੰਘਨ ਤੇ ਬੋਤਾਏ ਆਖਾਏ। ਸੁੱਖਾ ਸਿੰਘ ਕਹਿੰਦਾ ਚਲਾ ਜਾਓ, ਤੁਸੀਂ ਚਲੇ ਜਾਓ ਵਾਪਸ, ਤੁਸੀਂ ਮੇਰੇ ਮਾਂ-ਬਾਪ ਨਹੀਂ, ਮੇਰੇ ਦੁਸ਼ਮਣ, ਤੁਸੀਂ ਮੈਨੂੰ ਮੇਰੇ ਸਾਹਿਬ ਦੀ ਸਿੱਖੀ ਤੋਂ ਪਤਿਤ ਕਰਦੇ ਹੋ। ਕਈ ਵਾਰੀ ਉਹਨਾਂ ਨੂੰ ਵਾਪਸ ਮੋੜਿਆ। ਫਿਰ ਉਹਨਾਂ ਨੇ ਸਿੰਘਾਂ ਕੋਲੋਂ ਸਿਫਾਰਿਸ਼ ਕਰਾਉਣੀ ਸ਼ੁਰੂ ਕੀਤੀ ਵੀ ਸਾਡੇ ਕੋਲੋਂ ਗਲਤੀ ਹੋ ਗਈ ਹੈ। ਸਿੰਘਾਂ ਨੂੰ ਕਹਿਣਾ, ਜਿਹੜੇ ਮੋਹਦਵਾਰ ਸਿੰਘ ਸਨ ਜਿਨ੍ਹਾਂ ਦੀ ਸੁੱਖਾ ਸਿੰਘ ਜੀ ਸਤਿਕਾਰ ਕਰਦੇ ਸੀ, ਉਹਨਾਂ ਕੋਲੋਂ ਕਹਾਉਣਾ, ਦੋਹਰਾ ਮਾਤ ਪਿਤਾ ਤਿਸ ਆਏ ਕੈ, ਸਿੰਘਨ ਤੇ ਸੋ ਕਹਾਏ। ਮਾਂ ਪਿਓ ਆ ਕੇ ਸਿੰਘਾਂ ਕੋਲੋਂ ਕਹਾਉਂਦੇ, ਕਹਿੰਦੇ ਦੀ ਸ਼ਾਦੀ ਕੀਤੀ ਆ, ਹੁਣ ਮੁਕਲਾਵਾ ਤਾਂ ਲੈ ਆਵੇ। ਮੁਕਲਾਵਾ ਤਾਂ ਇਹਨੇ ਹੀ ਲਿਆਉਣਾ ਨਾ, ਲੜਕੀ ਦਾ ਡੋਲਾ ਲੈ ਕੇ ਆਉਣਾ। ਤੂੰ ਜਿਵੇਂ ਕਿਵੇਂ ਕਰਕੇ ਸਿੰਘਾਂ ਕੋਲੋਂ ਕਹਾ ਕੇ ਇਹਦੇ ਮਾਂ-ਬਾਪ ਨੇ ਲੈ ਗਏ ਆਪਣੇ ਘਰ ਵਿਖੇ, ਮੁਕਲਾਵਾ ਕਰਵਾਏ। ਘਰ ਲੈ ਗਏ ਭਾਈ ਸੁੱਖਾ ਸਿੰਘ ਜੀ, ਚਲੇ ਗਏ। ਜਦੋਂ ਵੱਡੇ ਸਿੰਘਾਂ ਨੇ, ਸ਼ਾਮ ਸਿੰਘ ਹੋਣਾ ਨੇ ਕਹਿ ਦਿੱਤਾ, ਜਥੇਦਾਰ ਸਾਹਿਬ ਹੋਣਾ ਨੇ, ਕਿ ਸੁੱਖਾ ਸਿੰਘ ਜਾਓ, ਉਹ ਤਾਂ ਤੇਰੇ ਲੜ ਲੱਗੀ ਹੈ, ਸ਼ਾਦੀ ਹੋਈ ਹੈ ਤੇਰੀ, ਉਹਨੂੰ ਤਾਂ ਲਿਆ, ਉਹਦਾ ਮੁਕਲਾਵਾ ਤਾਂ ਲਿਆ ਜਾ ਕੇ। ਭਾਈ ਸੁੱਖਾ ਸਿੰਘ ਜੀ ਨੇ 7 ਬਚਨ ਗਿਆ, ਘਰ ਗਏ, ਮੁਕਲਾਵਾ ਲੈ ਆਏ, ਗ੍ਰਸਤੀ ਹੋ ਗਏ। ਏਦਾਂ ਘਰ ਵਿੱਚ ਵੀ ਹੁਣ ਕਦੇ ਕਦੇ ਆਵਾ ਜਾਣ ਜਿਹੜਾ ਉਹ ਦੁਬਾਰਾ ਤੋਂ ਸ਼ੁਰੂ ਹੋ ਗਿਆ। ਮਾੜੀ ਕੰਬੋ ਕੀ ਪਿੰਡ ਚਲੇ ਜਾਂਦੇ, ਕਦੇ ਆ ਜਾਂਦੇ। ਹੋਰ ਕਥਾ ਉਹਨਾਂ ਦੇ ਜੀਵਨ ਦੀ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪੰਥ ਦਾ, ਗੁਰੂ ਸੂਰਮਿਆਂ ਦਾ, ਗੁਰੂ ਯੋਧਿਆਂ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੈ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੈ ਪੁਰਨ ਹੈ ਸਰਬਮੈ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਕੀ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਕੀਓ ਅਣਹਾਰੇ ਹੈ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੀ ਉਤਾਰਨ ਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੀ ਉਤਾਰਨ ਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।